शब्द है ना, अब कल्लू आयो रे, एक नाम बोवो बोवो, अनरूत नाही नाही, मत को परम पूलो पूलो। ते शब्द बहुत पढ़िया जाता है कि कलयुग दे विच नाम नाम की खेती करो, नाम बीज संतोख सुहागा, रख गरीबी वेस। जां पढ़िया जाता है कलयुग में कीर्तन प्रधाना, गुरमुख जपीए लाए ध्यान, लाए ध्यान जपी करने वास्ते नहीं किया, जपण वास्ते किया। ध्यान पर कलयुग की स्थिति कैसी है, उन्होंने अगर तुसी गौर नाल देख लो ना, फिर तुहानू पता लग जाएगा भी किवें नाम जपना है तो किवें ध्यान लाउणा है। पहला स्थिति ये कलयुग नूं मुख रख के किया है, तो कलयुग की स्थिति भी बाबे नानक ने बयान की हुई। सिख सुनने वाले ज़्यादा हैं, बाहर भी रिकॉर्डिंगां भी बहुतियां नूं पता भी है तो बहुते सुनते भी हैं। यह बाबे नानक की बाणी वो कहते हैं, सतयुग रथ संतोख का, धर्म अगे रथवाह। त्रेते रथ जते का, जोर अगे रथवाह। द्वापर रथ तपे का, सत अगे रथवाह। कलयुग रथ अगन का, कूड़ अगे रथवाह। कहते सतयुग दे विच लोग संतुष्ट सी, सतयुग रथ संतोख का। तो जिहड़ा आदमी संतुष्ट होवेगा ना, उहदे जीवन दे विच धर्म आउंदा है। असंतुष्ट दे जीवन च धर्म नहीं आउंदा, मन ही नहीं शांत हुंदा, टिकदा ही नहीं। तो देखो उल्टी गल लगदी है आपां नूं भी सतयुग दे विच संतोख क्यों सी बंदे कोल, क्योंकि उदों तो कुछ है ही नहीं सी। हुण किन्ने पदार्थ बंदे नूं मिले तां भी संतुष्ट नहीं, ना ही सुखदाई उहदे कोल आरामदाई रूम सन, कमरे सन, मकान सन। उस समय कोई भी नहीं, ना गर्मी तो बचने वास्ते पखे कूलर कोई है ना, AC वगैरह भी नहीं सी, कोई भी सुख सुविधा नहीं सी, पर आदमी संतुष्ट सी। तो संतुष्ट आदमी दे कोल धर्म हुंदा है। फिर त्रेता आया, ते त्रेते दे अंदर त्रेते रथ जते का, जोर अगे रथवाह। जिन्हों सूरमा बनना है ना, उन्होंने जत सत दे विच कायम रहना पैंदा है। वो मर्यादा दे विच रहेगा तो तां ही वो सूरमा बन सकदा। उस समय ये धारणा सी, ते सूरमता ही ज़्यादा विखाउणी, बहादुर बनना। ते राम ने मर्यादा की गल की, राम को मर्यादा पुरुषोत्तम कही है।
ਮਰਿਆਦਾ ਦੱਸੀ, ਮਰਿਆਦਾ ਦੇ ਵਿੱਚ ਰਹੋਗੇ ਤਾਂ ਸ਼ਕਤੀ ਪ੍ਰਾਪਤ ਹੋਵੇਗੀ। ਰਾਵਣ ਨੇ ਸ਼ਕਤੀ ਪ੍ਰਾਪਤ ਕੀਤੀ ਮਰਿਆਦਾ 'ਚ ਰਹਿ ਕੇ। ਤੇ ਉਦੋਂ ਇਹ ਜ਼ਿਆਦਾ ਕਿਹਾ ਜਾਂਦਾ ਸੀ ਵੀ ਤੁਸੀਂ ਸੰਜਮ ਦੇ ਵਿੱਚ ਰਹੋ, ਮਰਿਆਦਾ ਦੇ ਵਿੱਚ ਰਹੋ, ਤੁਹਾਡੇ ਕੋਲ ਸ਼ਕਤੀ ਆਵੇਗੀ। ਤੇ ਜਿਹਦੇ ਕੋਲ ਸ਼ਕਤੀ ਹੁੰਦੀ ਸੀ ਉਹ ਹੀ ਬਲਵਾਨ, ਤੇ ਉਹਦਾ ਹੀ ਸਾਰਾ ਹੁਕਮ ਚੱਲਦਾ। ਫਿਰ ਕਹਿੰਦੇ ਆਇਆ ਦੁਆਪਰ। ਦੁਆਪਰ ਰਥ ਤਪੈ ਕਾ, ਸਤ ਅੱਗੇ ਰਥਵਾ, ਤਪੱਸਰਿਆ ਪ੍ਰਧਾਨ ਹੋਈ। ਤੇ ਸੱਤ ਅੱਗੇ ਰਸਵਾ, ਸੱਤ ਦੇ ਕਾਰਨ ਤਪੱਸਰਿਆ ਕਰਦੇ ਸਨ ਸਾਧਕ ਮੁਨੀ, ਤੇ ਬੜੀ ਘੋਰ ਤਪੱਸਰਿਆ ਕਰਦੇ ਸੀ। ਬਲਕਿ ਉਸ ਸਮੇਂ ਕ੍ਰਿਸ਼ਨ ਨੇ ਮਰਿਆਦਾ ਵੀ ਤੋੜੀਆਂ। ਉਹਨਾਂ ਨੇ ਇਹ ਸੰਦੇਸ਼ ਦਿੱਤਾ ਵੀ ਸੱਤ ਵਾਸਤੇ ਮਰਿਆਦਾ ਵੀ ਤੋੜੀ ਜਾ ਸਕਦੀ। ਤਾਂ ਉਹਨਾਂ ਨੇ ਮਰਿਆਦਾ ਨੂੰ ਬਿਲਕੁਲ ਹੀ ਨਹੀਂ ਮੰਨਿਆ। ਉਹਨਾਂ ਦਾ ਜੀਵਨ ਮਰਿਆਦਾਮਈ ਨਹੀਂ ਹੈ। ਕ੍ਰਿਸ਼ਨ ਦਾ, ਰਾਮ ਦਾ ਜੀਵਨ ਮਰਿਆਦਾਮਈ ਹੈ। ਕ੍ਰਿਸ਼ਨ ਦਾ ਜੀਵਨ ਲੀਲਾਮਈ ਕਹਿ ਦਿੰਦੇ ਹਨ, ਕੋਈ ਮਰਿਆਦਾ ਨਹੀਂ। ਤੋ ਸੱਤ ਵਾਸਤੇ ਮਰਿਆਦਾ ਵੀ ਤੋੜ ਰਹੇ। ਤੇ ਤਪੱਸਰਿਆ ਪ੍ਰਧਾਨ ਹੋਈ, ਤਪ ਦੁਆਪਰ ਦੇ ਵਿੱਚ। ਤੇ ਫਿਰ ਆਇਆ ਕਲਯੁੱਗ। ਤੇ ਕਲਯੁੱਗ ਰਥ ਅਗਨ ਕਾ, ਕੂੜ ਅੱਗੇ ਰਥਵਾਹ। ਹਨ ਕਹਿੰਦੇ ਜਿਹੜਾ ਕਲਯੁੱਗ ਹੈ ਇਹਦੇ ਵਿੱਚ ਰਥ ਅਗਨ ਕਾ, ਕੂੜ ਅੱਗੇ ਰਥਵਾਹ। ਅੱਗੇ ਜਿਹੜੇ ਘੋੜੇ ਹਨ ਉਹ ਕੂੜਦੇ ਹਨ। ਕੂੜ ਕਿਹਨੂੰ ਕਿਹਾ ਹੈ ਸਤਿਗੁਰਾਂ ਨੇ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਾ। ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾ। ਕੂੜ ਉਹਨੂੰ ਕਿਹਾ ਹੈ ਕਿ ਕੂੜਾ ਟੁੱਟੇ ਪਾਲ, ਕੂੜ ਦੀ ਪਾਲ। ਆਦਮੀ ਦੇ ਅੱਗੇ ਇਹ ਜਿਹੜਾ ਰਥ ਹੈ ਇਹਦੇ ਅੱਗੇ ਕੂੜ ਹੈ, ਕੂੜ ਦੇ ਘੋੜੇ। ਤੇ ਰਥ ਅਗਨ ਦਾ ਹੈ। ਅਗਨ ਦਾ ਭਾਵ ਹੈ ਕਿ ਵਾਸ਼ਨਾ, ਤ੍ਰਿਸ਼ਨਾ, ਕਾਮਨਾ, ਚਾਹਤਾਂ ਕਲਯੁੱਗ ਦੇ ਵਿੱਚ ਪ੍ਰਧਾਨ ਹਨ। ਜਿੰਨੀ ਤ੍ਰਿਸ਼ਨਾ ਅਜੋਕੇ ਸਮੇਂ 'ਚ ਹੈ, ਪੁਰਾਣੇ ਯੁੱਗਾਂ 'ਚ ਨਹੀਂ ਸੀ। ਕਿਉਂਕਿ ਪਦਾਰਥ ਹਨ ਜਿੰਨੇ ਤੋਂ ਉਨੀ ਤ੍ਰਿਸ਼ਨਾ ਹੋਵੇ। ਤ੍ਰਿਸ਼ਨਾ ਅਗਨ ਹੈ। ਤੇ ਤ੍ਰਿਸ਼ਨਾ ਹੀ ਮੂਲ ਭਟਕਾਉਣ ਦਾ ਕਾਰਨ ਹੈ। ਤੇ ਤ੍ਰਿਸ਼ਨਾ ਪੈਦਾ ਹੋਈ ਇਹ ਕੂੜ ਨੂੰ ਦੇਖ ਕੇ, ਇਹ ਕੂੜ ਦੀ ਆਕਾਂਸ਼ਾ ਨਾਲ, ਇਹ ਸੰਸਾਰ ਦੀ ਵਾਸ਼ਨਾ ਕਰਕੇ ਪ੍ਰਭਾਵਿਤ ਹੋ ਕੇ ਇਹ ਪੈਦਾ ਹੋ ਗਈ। ਜਿਵੇਂ ਕਿਹਾ ਹੈ ਨਾ, ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਹਿੰਦੇ ਬੱਚਾ ਜਦੋਂ ਪੈਦਾ ਹੋਇਆ ਹੈ ਨਾ, ਤਾਂ ਉਹਦੀ ਲਿਵ ਕਦੋਂ ਟੁੱਟੀ? ਜਦੋਂ ਉਹਨੂੰ ਤ੍ਰਿਸ਼ਨਾ ਲੱਗ ਗਈ। ਇੱਕਦਮ ਨਹੀਂ ਟੁੱਟ ਗਈ। ਜਦੋਂ ਉਹਦੇ ਅੰਦਰ ਵਾਸ਼ਨਾ ਪੈਦਾ ਹੋ ਗਈ, ਚਾਹਤਾਂ ਪੈਦਾ ਹੋ ਗਈਆਂ, ਤਾਂ ਪਿਛਲੀ ਲਿਵ ਟੁੱਟਦੀ ਗਈ, ਅਗਾਂਹ ਜੁੜਦੀ ਗਈ ਸੰਸਾਰ ਵਿੱਚ। ਤਾਂ ਉਹਦਾ ਜਿਹੜਾ ਰਥ ਸੀ, ਸਰੀਰ ਹੀ, ਉਹ ਅਗਨ ਦਾ ਹੁੰਦਾ ਗਿਆ ਤ੍ਰਿਸ਼ਨਾ ਦੇ ਕਾਰਨ। ਤੇ ਕੂੜ ਦੇ ਪਿੱਛੇ ਉਹਨੇ ਦੌੜ ਲਾ ਦਿੱਤੀ, ਝੂਠ ਦੇ ਪਿੱਛੇ। ਝੂਠ ਨੂੰ ਹੀ ਮੁੱਖ ਰੱਖ ਕੇ ਉਹ ਭੱਜਣ ਲੱਗ ਪਿਆ ਬਾਹਰ ਸੰਸਾਰ ਦੇ ਵਿੱਚ। ਕੂੜ ਅੱਗੇ ਰਥਵਾ। ਤੇ ਮੂਲ ਤ੍ਰਿਸ਼ਨਾ ਹੈ। ਤ੍ਰਿਸ਼ਨਾ ਕਰਕੇ ਆਦਮੀ ਸੰਸਾਰ ਵਿੱਚ ਜਾ ਰਿਹਾ ਹੈ, ਕੂੜ ਵਿੱਚ ਜਾ ਰਿਹਾ ਹੈ।
ਪਰ ਜਿਹੜੀ ਤ੍ਰਿਸ਼ਨਾ ਹੈ ਕਹਿੰਦੇ ਹਨ ਵਿਰਲੇ ਹੀ ਕੀ ਬੂਝੀ ਹੀ। ਪਰ ਆਪਾਂ ਇੱਥੇ ਸੋਚ ਲੈਂਦੇ ਹਾਂ ਤ੍ਰਿਸ਼ਨਾ ਬਾਬਤ ਵੀ ਜਿਹੜੇ ਧਨ ਦੇ ਵਾਸਤੇ ਭੱਜ ਰਹੇ ਹਨ, ਜਿਨ੍ਹਾਂ ਨੂੰ ਪੈਸਾ ਚਾਹੀਦਾ ਹੈ, ਧਨ ਚਾਹੀਦਾ ਹੈ, ਉਹਨਾਂ ਦੇ ਅੰਦਰ ਆਪਾਂ ਕਹਿੰਦੇ ਤ੍ਰਿਸ਼ਨਾ ਹੈ। ਪਰ ਤ੍ਰਿਸ਼ਨਾ ਬਹੁਪੱਖੀ ਹੈ। ਜਿਵੇਂ ਮੋਹ ਬਹੁਪੱਖੀ ਹੈ, ਸਿਰਫ ਮੋਹ ਤੁਹਾਡਾ ਬੱਚਿਆਂ ਨਾਲ ਨਹੀਂ ਹੈ, ਪਰਿਵਾਰ ਨਾਲ ਨਹੀਂ ਹੈ, ਘਰ ਨਾਲ ਵੀ ਹੈ, ਬਹੁਤ ਚੀਜ਼ਾਂ ਨਾਲ ਹੀ, ਆਪਣੇ ਸਰੀਰ ਨਾਲ ਵੀ ਹੈ, ਬੁੱਧੀ ਨਾਲ ਵੀ। ਮੋਹ ਸੂਖਸ਼ਮ ਹੁੰਦਾ ਜਾਂਦਾ, ਇੱਦਾਂ ਹੀ ਤ੍ਰਿਸ਼ਨਾ ਵੀ ਸੂਖਸ਼ਮ ਹੁੰਦੀ ਜਾਂਦੀ। ਸਥੂਲ ਤਲ ਤੇ ਆਪਾਂ ਨੂੰ ਤ੍ਰਿਸ਼ਨਾ ਨਜ਼ਰ ਆਉਂਦੀ ਹੈ ਵੀ ਕੋਈ ਧਨ ਪਿੱਛੇ ਜਾ ਰਿਹਾ ਹੈ, ਕਿਸੇ ਨੂੰ ਧਨ ਚਾਹੀਦਾ ਹੈ, ਕਿਸੇ ਨੂੰ ਸ਼ੋਹਰਤ ਚਾਹੀਦੀ ਹੈ, ਉਹ ਵੀ ਤ੍ਰਿਸ਼ਨਾ ਹੈ ਵੀ ਵੱਧ ਤੋਂ ਵੱਧ ਮੈਂ ਸੰਸਾਰ 'ਚ ਜਾਣਿਆ ਜਾਵਾਂ। ਬਲਕਿ ਇਹ ਜਿਹੜੀ ਪਹਿਲੀ ਤ੍ਰਿਸ਼ਨਾ ਹੈ ਨਾ, ਕੋਈ ਧਨ ਵਾਸਤੇ, ਸੰਪत्ति ਵਾਸਤੇ ਬਾਹਰ ਜਾ ਰਿਹਾ ਹੈ, ਉਹਦੇ ਅੰਦਰ ਤ੍ਰਿਸ਼ਨਾ ਹੈ, ਆਪਾਂ ਨੂੰ ਸਮਝ ਵਿੱਚ ਆਉਂਦੀ। ਉਹ ਤੋਂ ਵੀ ਜ਼ਿਆਦਾ ਭਿਆਨਕ ਤ੍ਰਿਸ਼ਨਾ ਹੈ ਜਿਹੜਾ ਚਾਹ ਰਿਹਾ ਹੈ ਵੀ ਮੈਨੂੰ ਬਹੁਤ ਜ਼ਿਆਦਾ ਲੋਕ ਮਿਲਣ। ਦੌਲਤ ਦੀ ਤ੍ਰਿਸ਼ਨਾ ਹੈ, ਸ਼ੌਹਰਤ ਦੀ ਤ੍ਰਿਸ਼ਨਾ। ਸ਼ੌਹਰਤ ਦੀ ਤ੍ਰਿਸ਼ਨਾ ਇਹ ਅਜੋਕੇ ਸਮੇਂ 'ਚ ਵੱਧਦੀ ਜਾ ਰਹੀ, ਸੋਸ਼ਲ ਮੀਡੀਆ ਕਰਕੇ। ਹਰ ਇੱਕ ਨੂੰ ਸ਼ੌਹਰਤ ਚਾਹੀਦੀ। ਕਈ ਕਹਿੰਦੇ ਮੈਨੂੰ ਦੌਲਤ ਨਾ ਮਿਲੇ, ਸ਼ੌਹਰਤ ਤੇ ਮਿਲ ਜਾਵੇ ਨਾ, ਲੋਕ ਤੇ ਜਾਣਨ, ਕੁਛ ਲੋਕ ਫੋਲੋ ਕਰਨ ਵਾਲੇ ਹੋਣ, ਲਾਈਕ ਕਰਨ ਵਾਲੇ ਹੋਣ। ਕਿੰਨੀ ਦੌੜ ਲੱਗੀ। ਆਦਮੀ ਸੋਚਦਾ ਸੀ ਪੁਰਾਣੇ ਸਮੇਂ 'ਚ ਵੀ ਐਸਾ ਹੋ ਸਕਦਾ। ਇਹ ਵੀ ਤ੍ਰਿਸ਼ਨਾ ਹੀ ਹੈ ਨਾ, ਕਿੰਨੀ ਹੈ। ਕਈ ਨੌਜਵਾਨਾਂ 'ਚ ਬਹੁਤ ਹੁੰਦੀ ਹੈ ਅਤੇ ਅੱਠੇ ਪੈਰ ਖਿਆਲ ਰੱਖਦੇ ਆ ਵੀ ਘੱਟ ਨਾ ਜਾਣ। ਅਤੇ ਇਹ ਵੀ ਤਾਂ ਵਾਸ਼ਨਾ ਹੀ ਹੈ। ਅਤੇ ਤ੍ਰਿਸ਼ਨਾ ਜਿਹੜੀ ਬਾਹਰ ਦਿਖਦੀ ਹੈ ਆਪਾਂ ਨੂੰ ਮੋਟੇ ਰੂਪ ਦੇ ਵਿੱਚ, ਇਹਦਾ ਤਾਂ ਪਤਾ ਲੱਗਦਾ ਹੈ, ਪਰ ਇਹਦਾ ਵੀ ਕਈਆਂ ਨੂੰ ਨਹੀਂ ਪਤਾ ਲੱਗਦਾ। ਬਹੁਤਿਆਂ ਨੂੰ ਇਹਦਾ ਵੀ ਨਹੀਂ ਪਤਾ ਲੱਗਦਾ ਵੀ ਇਹ ਸਾਡੇ ਅੰਦਰ ਤ੍ਰਿਸ਼ਨਾ ਹੈ, ਅਸੀਂ ਸੰਸਾਰ ਚਾਹ ਰਹੇ ਹਾਂ, ਤਾਂ ਦੌੜ ਜਾ ਰਹੀ, ਤਾਂ ਮਨ ਚੱਲ ਰਿਹਾ, ਆਪਾਂ ਕੁਛ ਚਾਹ ਰਹੇ ਹਾਂ। ਕਈ ਸਾਧਕਾਂ ਨੂੰ ਵੀ ਨਹੀਂ ਪਤਾ ਲੱਗਦਾ। ਇੱਕ ਮੈਨੂੰ ਘਟਨਾ ਯਾਦ ਆਈ। ਕੁਝ ਸਮੇਂ ਪਹਿਲੇ ਆਪਣੇ ਮਿੱਤਰ ਪਿਆਰੇ ਜਗਮੋਹਨ ਸਿੰਘ, ਉਹਨਾਂ ਦੇ ਕੋਈ ਮਿੱਤਰ ਸੀ ਅਮਰੀਕਾ ਦੇ ਵਿੱਚ, ਉਹਨਾਂ ਦੇ ਨਾਲ ਉਹਨਾਂ ਦਾ ਕੰਟੈਕਟ ਸੀ ਖਾਸ। ਅਤੇ ਉਹ ਮੈਨੂੰ ਕਹਿਣ ਲੱਗੇ ਵੀ ਉਹਦਾ ਨਾਂ ਪਤਾ ਨਹੀਂ ਦਰਸ਼ਨ ਸਿੰਘ ਸੀ ਸ਼ਾਇਦ, ਕਿ ਉਹਨਾਂ ਨੇ 4 ਖੇਤ ਜ਼ਮੀਨ ਦੇ ਲਾਏ ਹੋਏ ਆ ਉੱਥੇ, ਉਹਦੇ ਵਿੱਚ ਪਿਸਤੇ ਦੀ ਖੇਤੀ ਕਰਨੀ। ਤਾਂ ਉਹਨੇ ਮੈਨੂੰ ਉਹਨੂੰ ਫੋਟੋਆਂ ਭੇਜੀਆਂ, ਉਹਨੇ ਮੈਨੂੰ ਦਿਖਾ ਲਈਆਂ ਵੀ ਆਹ ਜ਼ਮੀਨ ਲਈ ਹੋਈ ਉੱਧਰ, ਕਿਰਪਾ ਕਰੋ। ਮੈਨੂੰ ਹੈਰਾਨਗੀ ਹੋਈ ਥੋੜ੍ਹੀ ਇਹਦੇ ਵੱਲ ਦੇਖ ਕੇ। ਵੀ ਇਹ ਮੰਗ ਕੀ ਰਹੇ ਆ, ਕਿਸੇ ਦੀ ਤ੍ਰਿਸ਼ਨਾ ਨੂੰ ਪੂਰੀ ਕਰ ਰਹੇ। ਕਿਰਪਾ ਕਰੋ। ਚਲੋ ਕੋਈ ਬਿਮਾਰ ਹੋਵੇ, ਕੋਈ ਦੁਖੀ ਪਰੇਸ਼ਾਨ ਹੋਵੇ ਤਾਂ ਆਪਾਂ ਕਹਿ ਦਿੰਦੇ ਹਾਂ ਮਿੱਤਰਚਾਰਾ ਕਰਕੇ ਵੀ ਥੋੜ੍ਹੀ ਹੈ ਨਾ ਅਰਦਾਸ ਬੇਨਤੀ ਕਰੋ ਵੀ ਉਹ ਠੀਕ ਹੋ ਜਾਵੇ। ਪਰ ਉਹਦੀ ਤ੍ਰਿਸ਼ਨਾ ਪੂਰੀ ਕਰਨ ਵਾਸਤੇ ਮੈਂ ਕਿਹਾ ਜੇ ਤੱਕ ਇਹ ਹੀ ਨਹੀਂ ਸਮਝਿਆ ਤਾਂ ਉਹਨੇ ਕਿੱਥੇ ਸਮਝਣਾ। ਅਤੇ ਉਹ ਫਿਰ ਗੁਰਦੁਆਰੇ ਦਾ ਪਤਾ ਨਹੀਂ ਮੈਂਬਰ ਸੀ ਕਿ ਪ੍ਰਧਾਨ ਸੀ ਉੱਥੇ। ਤੇ ਹੁਣ ਜਿਹੜੇ ਪ੍ਰਧਾਨ ਆ ਉਹ ਹੀ ਨਹੀਂ ਸਮਝ ਰਹੇ।
ਤੇ ਇਹ ਨਹੀਂ ਹੋ ਵੀ ਮੈਨੂੰ ਕਹਿ ਰਹੇ ਆ ਵੀ ਅਰਦਾਸ ਕਰੋ, ਕਿਰਪਾ ਕਰੋ ਵੀ ਇਹ ਕਾਮਯਾਬ ਹੋ ਜਾਵੇ। ਉੱਥੇ ਵੀ ਉਹ ਅਰਦਾਸ ਕਰਾਉਂਦੇ ਹੋਣਗੇ ਗੁਰਦੁਆਰੇ 'ਚ। ਉੱਥੇ ਵੀ ਕਰਾ ਰਹੇ ਹੋਣਗੇ। ਤੇ ਜਿਹੜੇ ਗੁਰਦੁਆਰਿਆਂ ਦੇ ਦੇਖੋ ਪ੍ਰਧਾਨ ਹਨ, ਉਹਨਾਂ ਦੇ ਅੰਦਰ ਵੀ ਇਹ ਤ੍ਰਿਸ਼ਨਾ ਚੱਲ ਰਹੀ ਹੈ। ਤ੍ਰਿਸ਼ਨਾ ਦੀ ਸਮਾਪਤ ਨਹੀਂ ਹੋਈ। ਉਹ ਵੀ ਚਾਹ ਰਿਹਾ ਵੀ ਹੋਰ ਮਿਲੇ, ਹੋਰ ਮਿਲੇ। ਤੇ ਵਿਦੇਸ਼ਾਂ ਦੇ ਵਿੱਚ ਤੇ ਜ਼ਿਆਦਾ ਹੈ, ਇੱਥੇ ਨਾਲੋਂ ਵੀ ਜ਼ਿਆਦਾ ਹੈ ਵਿਦੇਸ਼ਾਂ ਦੇ ਵਿੱਚ। ਇੱਥੇ ਫਿਰ ਵੀ ਤੁਹਾਨੂੰ ਕੋਈ ਨਾ ਕੋਈ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਅੰਦਰ ਘੱਟ ਹੋਊ, ਕਿਉਂਕਿ ਉੱਥੇ ਗਏ ਹੀ ਹੈ ਨਾ ਕੁਛ ਪਾਉਣ ਵਾਸਤੇ, ਕੁਛ ਹੋਣ ਵਾਸਤੇ। ਤ੍ਰਿਸ਼ਨਾ ਕਰਕੇ ਗਿਆ ਹੈ ਆਦਮੀ। ਕਹਿੰਦੇ ਹਨ ਨਾ ਵੀ ਸਿੱਖ ਅਕਸਰ ਗਵਈਏ ਵੀ ਬਹੁਤੇ ਕਹਿੰਦੇ ਮਜਬੂਰੀ ਦੇ ਕਾਰਨ ਗਏ ਹੋਏ ਉੱਥੇ। ਨਹੀਂ, ਮਜਬੂਰੀ ਦੇ ਕਾਰਨ ਤੇ ਬਹੁਤ ਘੱਟ ਗਏ ਹੋਣਗੇ, ਕਿਉਂਕਿ ਰੋਟੀ ਤਾਂ ਇੱਥੇ ਵੀ ਮਿਲਦੀ ਪੰਜਾਬ 'ਚ, ਸਾਰਿਆਂ ਨੂੰ ਮਿਲ ਰਹੀ। ਤ੍ਰਿਸ਼ਨਾ ਦੇ ਕਾਰਨ। ਤੇ ਜਿਹੜੀ ਤ੍ਰਿਸ਼ਨਾ ਹੈ ਇਹ ਲਿਜਾ ਰਹੀ ਹੈ ਕੂੜ ਵੱਲ। ਜੋ ਕੁਛ ਮੇਰੇ ਕੋਲ ਹੈਗਾ ਹੋਰ ਹੋਵੇ, ਹੋਰ ਹੋਵੇ, ਹੋਰ ਵਧੀਆ ਹੋਵੇ, ਹੋਰ ਚੰਗਾ ਹੋਵੇ। ਸੰਤੁਸ਼ਟ ਨਹੀਂ। ਤੇ ਸੰਸਾਰ ਤੋਂ ਤ੍ਰਿਸ਼ਨਾ ਪੈਦਾ ਹੋ ਰਹੀ ਹੈ। ਆਪਾਂ ਬਾਹਰ ਦੇਖ ਰਹੇ ਹਾਂ ਤੇ ਇਹਦੇ 'ਚ ਚਾਹਤ ਪੈਦਾ ਹੋ ਰਹੀ ਹੈ, ਕੂੜ ਵੱਲ ਆਪਾਂ ਜਾ ਰਹੇ ਹਾਂ। ਤੇ ਮੈਂ ਜ਼ਿਆਦਾ ਇਸ ਕਰਕੇ ਹੀ ਇਸ ਚੀਜ਼ 'ਤੇ ਜ਼ੋਰ ਲਾਉਣਾ ਹਾਂ ਵੀ ਜਿੰਨਾ ਚਿਰ ਤੁਸੀਂ ਕੂੜ ਵੱਲੋਂ ਧਿਆਨ ਹਟਾਓਗੇ ਨਹੀਂ, ਤ੍ਰਿਸ਼ਨਾ ਵਾਸ਼ਨਾ ਕਾਮਨਾ ਛੱਡੋਗੇ ਨਹੀਂ, ਸੰਤੁਸ਼ਟ ਨਹੀਂ ਹੋਵੋਗੇ ਤੇ ਧਾਰਮਿਕ ਨਹੀਂ ਹੋ ਸਕਦੇ, ਸੱਤਵਾਦੀ ਨਹੀਂ ਹੋ ਸਕਦੇ। ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਜਿਹੜਾ ਸੰਤੁਸ਼ਟ ਹੋ ਗਿਆ ਉਹ ਸਤਜੁਗ 'ਚ ਆ ਗਿਆ, ਸਮਝ ਲਓ। ਜਿਹੜਾ ਅਸੰਤੁਸ਼ਟ ਹੈ ਉਹ ਕਲਯੁਗ ਦੇ ਵਿੱਚ ਚੱਲ ਰਿਹਾ ਹੈ। ਇੱਥੇ ਵੀ ਹੁਣ ਵੀ ਜਿਹੜਾ ਸੰਤੁਸ਼ਟ ਹੋ ਗਿਆ ਪੂਰਾ ਉਹ ਸਤਜੁਗ 'ਚ ਹੈ, ਕਿਉਂਕਿ ਉਹਦੀ ਭੱਜ ਦੌੜ ਬੰਦ ਹੋ ਗਈ। ਉਹਦਾ ਰੱਥ ਸੰਤੁਸ਼ਟ ਸੰਤੋਖ ਦਾ ਹੋ ਗਿਆ ਤੇ ਧਰਮ ਤੇ ਉਹਦੇ ਜੀਵਨ 'ਚ ਆ ਵੀ ਗਿਆ, ਆਪੇ ਹੀ ਆ ਜਾਂਦਾ ਹੈ ਧਰਮ। ਜਿਹੜਾ ਸੰਤੁਸ਼ਟ ਹੋ ਜਾਵੇ। ਪਰ ਸੰਤੁਸ਼ਟ ਹੋਣਾ ਕਠਿਨ ਹੈ। ਫਿਰ ਜਿਹੜੀ ਸੰਤੁਸ਼ਟੀ ਹੈ, ਫਿਰ ਖਿਆਲ ਵਿੱਚ ਰੱਖਿਓ, ਇੱਕ ਪੱਖ ਦੀ ਨਹੀਂ ਹੋਣੀ ਹੈ, ਉਹ ਸਾਰੇ ਪੱਖਾਂ ਦੀ ਹੋਣੀ ਹੈ, ਕਿਉਂਕਿ ਤ੍ਰਿਸ਼ਨਾ ਹਰ ਪੱਖ ਦੀ ਹੈ ਆਦਮੀ ਕੋਲ। ਹੁਣ ਇੱਕ ਤਾਂ ਸੰਸਾਰ ਦੀ ਹੈ, ਜਿਵੇਂ ਤੁਸੀਂ ਸਮਝ ਰਹੇ ਹੋ, ਹੈ ਨਾ। ਧਾਰਮਿਕ ਲੋਕ ਵੀ ਬਹੁਤ ਸਾਰੇ ਸੰਸਾਰ ਦੇ ਵਿੱਚ ਪ੍ਰਾਪਰਟੀਆਂ ਬਣਾਉਂਦੇ, ਕਥਾਵਾਚਕ, ਪ੍ਰਚਾਰਕ ਸਭ, ਹੈ ਨਾ, ਵੱਧ ਤੋਂ ਵੱਧ ਪ੍ਰਾਪਰਟੀ ਇਕੱਠੀ ਕਰਦੇ, ਬਣਾਉਂਦੇ ਤਾਂ ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ। ਬਾਹਰ ਆਪਾਂ ਨੂੰ ਦਿਖਦਾ। ਦੂਸਰੇ ਹਨ ਜਿਨ੍ਹਾਂ ਦੀ ਬਾਹਰੋਂ ਤ੍ਰਿਸ਼ਨਾ ਬੁਝ ਜਾਂਦੀ ਹੈ ਕਿ ਚਲੋ ਬਾਹਰੋਂ, ਕਈਆਂ ਨੂੰ ਮਿਲਦਾ ਨਹੀਂ ਬਾਹਰਲਾ, ਕਈਆਂ ਨੂੰ ਛੱਡ ਦਿੰਦੇ ਭਈ ਛੱਡੋ ਪਰਾਂ। ਫਿਰ ਤ੍ਰਿਸ਼ਨਾ ਪੈਦਾ ਹੁੰਦੀ ਅੰਦਰ ਦੀ। ਚਲੋ ਸੰਸਾਰ ਦੇ ਵਿੱਚ ਤਾਂ ਕਾਮਯਾਬ ਨਹੀਂ ਹੋਏ, ਕੁਛ ਨਹੀਂ ਮਿਲਿਆ, ਕਹਿੰਦੇ ਧਰਮ ਵਾਲੇ ਪਾਸੇ ਕੁਛ ਮਿਲ ਸਕਦਾ। ਫਿਰ ਆਦਮੀ ਧਾਰਮਿਕ ਹੁੰਦਾ ਹੈ, ਫਿਰ ਉਹ ਤ੍ਰਿਸ਼ਨਾ ਜਿਹੜੀ ਹੈ ਉਹ ਧਰਮ ਵਾਲੇ ਪਾਸੇ ਲਾ ਦਿੰਦਾ। ਇਹਦੇ ਵਿੱਚ ਵੀ ਇਹ ਉਹ ਦਿਖਾਉਂਦਾ ਹੈ ਵੀ ਕੁਛ ਮੈਂ ਦਿਖਾਵਾਂ, ਕੁਛ ਹੋਵੇ, ਤ੍ਰਿਪਤੀ ਨਹੀਂ ਹੈ ਨਾ। ਕਈ ਵਾਰ ਕਈ ਕਹਿ ਵੀ ਦਿੰਦੇ ਆ ਵੀ ਇੰਨਾ ਚਿਰ ਹੋ ਗਿਆ ਕੁਛ ਹੋਇਆ ਨਹੀਂ, ਕੁਛ ਬਣਿਆ ਨਹੀਂ, ਇੱਦਾਂ ਕਹਿੰਦੇ ਆ ਨਾ।
ਹੁਣ ਇਹ ਜਿਹੜਾ ਕਹਿਣ ਵਾਲਾ ਕੀ ਕਹਿ ਰਿਹਾ, ਇਹਦੇ ਅੰਦਰ ਵੀ ਉਹ ਤ੍ਰਿਸ਼ਨਾ ਹੀ ਹੈ। ਕੁਛ ਹੋਣਾ, ਕੁਛ ਬਣਨਾ। ਤੇ ਕਈ ਇਹ ਤ੍ਰਿਸ਼ਨਾ ਕਰਕੇ ਬਹੁਤ ਸਾਰੀ ਸਾਧਨਾ ਵੀ ਕਰਦੇ ਆ, ਜਪ ਤਪ ਕਰਦੇ ਆ, ਬਹੁਤ ਸਾਧਨਾ ਕਰਦੇ। ਤ੍ਰਿਸ਼ਨਾ ਕਰਕੇ ਹੀ ਹੋ ਰਹੀ ਹੈ ਵੀ ਕੁਛ ਹੋਣਾ ਹੈ, ਪਰਮਾਤਮਾ ਨੂੰ ਪਾਉਣਾ ਹੈ। ਇਹ ਵੀ ਤੇ ਤ੍ਰਿਸ਼ਨਾ ਹੀ ਹੈ ਨਾ। ਜਿਵੇਂ ਉੱਧਰ ਮੈਂ ਕਹਿ ਰਿਹਾ ਸੀ, ਕੁਛ ਲੋਕ ਤੇ ਇਹ ਸੰਸਾਰ ਦੇ ਚੱਕਰਾਂ 'ਚ ਪਏ ਹੋਏ, ਕਈ ਲੋਕ ਉਹ ਰੱਬ ਦੇ ਚੱਕਰਾਂ 'ਚ ਪੈ ਜਾਂਦੇ ਹਨ। ਉਹ ਕਹਿੰਦੇ ਰੱਬ ਨੂੰ ਪਾਉਣਾ, ਤੇ ਇਹ ਵੀ ਤੇ ਤ੍ਰਿਸ਼ਨਾ ਹੀ ਹੈ ਨਾ। ਦੁਨੀਆ ਨੂੰ ਪਤਾ ਲੱਗੇ ਮੈਂ ਕੌਣ। ਕਈ ਸੋਚ ਲੈਂਦੇ ਆ ਭਗਤ ਭਗਤ ਚਾਹੋਂ ਕੁੰਟੇ ਵੱਜੇ ਆ, ਵੀ ਅਸੀਂ ਭਗਤੀ ਕਰਾਂਗੇ 4 ਕੁੰਟਾਂ ਦੇ ਵਿੱਚ ਜਾਣੇ ਜਾਵਾਂਗੇ। ਤੋ ਜਦੋਂ ਭਗਤੀ ਕਰਦੇ ਆ ਗੱਲ ਹੀ ਬਣਦੀ, ਫਿਰ ਉਹ ਕਹਿੰਦੇ ਵੀ ਇਹ ਗੱਲ ਹੀ ਬਣ ਰਹੀ, ਕੋਈ ਜਾਣ ਹੀ ਨਹੀਂ ਰਿਹਾ ਸਾਨੂੰ। ਤੇ ਇੰਨੀ ਭਗਤੀ ਕਰਦੇ ਆ ਲੋਕ, ਜੈ ਜੈਕਾਰ ਕਰ ਹੀ ਨਹੀਂ ਰਹੇ। ਕਮ ਸੇ ਕਮ ਕਰਨ ਤੇ ਸਹੀ, ਮੈਂ ਇੰਨੀ ਤਪੱਸਿਆ ਕਰ ਰਹੇ ਆ, ਕਈ ਬੜੀ ਤਪੱਸਿਆ ਕਰਦੇ, ਇਸੇ ਕਾਰਨ ਹੀ ਕਰ ਰਹੇ ਆ ਵੀ ਲੋਕ ਜਾਣਨ, ਪਤਾ ਲੱਗੇ ਵੀ ਤਪੱਸਵੀ ਹੈ, ਸਾਧਕ ਹੈ, ਭਗਤ ਹੈ, ਸੰਤ ਆ, ਮਹਾਂਪੁਰਸ਼ ਹੈ, ਬ੍ਰਹਮ ਗਿਆਨੀ ਹੈ। ਕੋਈ ਕਹਿ ਹੀ ਨਹੀਂ ਰਿਹਾ। ਤੋ ਬੜੀਆਂ ਜੁਗਤੀਆਂ ਵਰਤਦੇ ਵੀ ਕਿਸੇ ਢੰਗ ਦੇ ਨਾਲ ਲੋਕਾਂ ਨੂੰ ਮਨਾਈਏ ਕਿ ਮੈਨੂੰ ਸਮਝਣ ਮੈਂ ਕੌਣ ਹਾਂ, ਮੈਂ ਆਮ ਆਂਦਾ ਨਹੀਂ ਹਾਂ। ਫਿਰ ਉਹ ਕਹਿੰਦਾ ਲੋਕ ਬੇਵਕੂਫ, ਇਹਨਾਂ ਨੂੰ ਅਕਲ ਹੀ ਨਹੀਂ ਹੋਣੀ। ਮੈਨੂੰ ਨਹੀਂ ਸਮਝ ਰਿਹਾ ਹੈ ਨਾ। ਇਹੋ ਕਹਿੰਦੇ ਆ ਨਾ ਜ਼ਿਆਦਾਤਰ। ਉਹ ਲੋਕਾਂ ਨੂੰ ਨਹੀਂ ਸਮਝ ਕੁਛ ਵੀ ਆਉਣੀ, ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕੌਣ। ਆਦਮੀ ਦੇ ਅੰਦਰ ਇਹੋ ਖਿਆਲ ਹੁੰਦਾ, ਮੈਨੂੰ ਜਾਣ ਨਹੀਂ ਪਾਉਣਗੇ ਤੇ ਮੈਂ ਕਿੱਥੇ ਪਹੁੰਚਿਆ ਹੋਇਆ। ਉਹੀ ਤ੍ਰਿਸ਼ਨਾ। ਕਿਤੇ ਪਹੁੰਚਣਾ ਹੈ, ਕਿੱਥੇ ਪਹੁੰਚਣਾ। ਤੇ ਤ੍ਰਿਸ਼ਨਾ ਮਿਟਦੀ ਹੈ, ਜਿਹੜੀ ਗੱਲ ਮੈਂ ਅਕਸਰ ਵਾਰ-ਵਾਰ ਕਹਿੰਦਾ, ਤ੍ਰਿਸ਼ਨਾ ਕੁਛ ਹੋਣ ਕਰਕੇ ਨਹੀਂ ਮਿਟਦੀ ਹੈ, ਕੁਛ ਬਣਨ ਕਰਕੇ ਨਹੀਂ ਮਿਟਦੀ ਹੈ। ਤ੍ਰਿਸ਼ਨਾ ਉਦੋਂ ਹੀ ਮਿਟਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਜੋ ਆਪ ਮਿਟਣਾ ਸ਼ੁਰੂ ਹੋ ਜਾਂਦੇ ਹੋ। ਜਦੋਂ ਤੁਸੀਂ ਆਪਣਾ ਆਪ ਮਿਟਾਉਣਾ ਸ਼ੁਰੂ ਕਰ ਦਿੰਦੇ ਜੀ ਵੀ ਮੈਂ ਕੁਛ ਨਹੀਂ ਹਾਂ, ਤ੍ਰਿਸ਼ਨਾ ਉਦੋਂ ਹੀ ਸਮਾਪਤ ਹੋਣ ਲੱਗ ਜਾਂਦੀ। ਤ੍ਰਿਸ਼ਨਾ ਸਮਾਪਤ ਹੋਈ ਤੇ ਦੌੜ ਸਮਾਪਤ ਹੋ ਗਈ। ਫਿਰ ਦੌੜ ਕਿੱਥੇ ਰਹੀ। ਜਦੋਂ ਤੁਸੀਂ ਸੋਚ ਲਓ ਵੀ ਮੈਂ ਕੁਝ ਹੋਣਾ ਨਹੀਂ ਹੈ, ਕੁਛ ਪਾਉਣਾ ਨਹੀਂ ਹੈ, ਫਿਰ ਦੌੜ ਖਤਮ ਹੋ ਗਈ ਤੇ ਮਨ ਉਸੇ ਵੇਲੇ ਸ਼ਾਂਤ ਹੋ ਜਾਂਦਾ। ਸੰਤੁਸ਼ਟ ਹੋ ਗਿਆ ਤੇ ਮਨ ਸ਼ਾਂਤ ਹੋ ਗਏ, ਤੁਸੀਂ ਧਾਰਮਿਕ ਹੋ ਗਏ। ਤ੍ਰਿਸ਼ਨਾ ਗਈ, ਤ੍ਰਿਸ਼ਨਾ ਰਥ ਅਗਨ ਕਾ ਕੂੜ ਅੱਗੇ ਰਥਵਾ। ਕੂੜ ਸਿਰਫ ਆ ਦਿਖਣ ਵਾਲਾ ਹੀ ਨਹੀਂ ਹੈ, ਅਦ੍ਰਿਸ਼ਟ ਵੀ ਕੂੜ ਹੈ, ਧਰਮ ਵੀ ਕੂੜ ਦਾ ਹੀ ਹਿੱਸਾ ਹੈ। ਸੰਸਾਰ ਦੇ ਵਿੱਚ ਹੀ ਹੈ ਨਾ ਸਭ ਕੁਝ। ਜੇ ਆਪਾਂ ਵਧੀਆ ਧਾਰਮਿਕ ਬਣਨਾ ਚਾਹੁੰਦੇ ਹਾਂ ਤੇ ਤਾਂ ਵੀ ਤਾਂ ਸੰਸਾਰ ਦਾ ਹੀ ਹਿੱਸਾ ਹੈ ਨਾ, ਤੇ ਵਧੀਆ ਧਾਰਮਿਕ ਬਣੀ। ਕਈਆਂ ਨੂੰ ਇਹ ਲੱਗਦਾ ਵੀ ਜੀਵਨ ਐਵੇਂ ਚਲੇ ਜਾਊਗਾ, ਕੋਈ ਮੰਨੂਗਾ ਹੀ ਨਹੀਂ ਅਜੇ, ਵੀ ਕਿਸੇ ਨੂੰ ਪਤਾ ਲੱਗੂਗਾ ਮੇਰਾ ਕਿ ਨਹੀਂ ਲੱਗੂਗਾ, ਕਿਤੇ ਇੱਦਾਂ ਹੀ ਨਾ ਮਿਟ ਜਾਈ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ। ਆਪਾਂ ਪਤਾ ਲਾਉਣਾ ਚਾਹੁੰਦੇ ਹਾਂ, ਕਿਉਂ? ਉਹ ਤ੍ਰਿਸ਼ਨਾ ਹੈ ਵੀ ਲੋਕਾਂ ਨੂੰ ਪਤਾ ਲੱਗੇ ਮੈਂ ਕੌਣ ਹਾਂ। ਜੇ ਪਤਾ ਵੀ ਲੱਗ ਗਿਆ ਤੇ ਕੀ ਹੋ, ਫਿਰ ਕਿੰਨਾ ਕੁ ਚਿਰ ਰਹਿੰਦਾ ਹੈ ਲੋਕਾਂ ਨੂੰ ਪਤਾ। ਸਭ ਕੁਝ ਮਿਟ ਜਾਂਦਾ। ਤੇ ਆਪਾਂ ਪਤਾ ਲਾਉਣਾ ਚਾਹੁੰਦੇ ਹਾਂ ਵੀ ਲੋਕਾਂ ਨੂੰ ਲੱਗੇ ਪਤਾ। ਤ੍ਰਿਸ਼ਨਾ ਹੈ। ਤ੍ਰਿਸ਼ਨਾ ਪੈਦਾ ਹੁੰਦੀ ਇਸ ਚਾਹਤ ਤੋਂ, ਕੁਛ ਚਾਹੁੰਦੇ ਹਾਂ ਆਪਾਂ। ਤਾਂ ਮੈਂ ਕਹਿੰਦਾ ਮਿਟਣ ਦੀ ਕਲਾ ਸਿੱਖੋ। ਜਿੰਨੇ ਜਿੰਨੇ ਤੁਸੀਂ ਮਿਟਦੇ ਗਏ ਨਾ, ਉਹਨੇ ਤੁਸੀਂ ਸੁਰਖਰੂ ਹੁੰਦੇ ਜਾਣਾ ਹੈ। ਤ੍ਰਿਸ਼ਨਾ ਵੀ ਖਤਮ ਹੁੰਦੀ ਜਾਣੀ ਹੈ, ਤੁਹਾਡੀ ਦੌੜ ਵੀ ਖਤਮ ਹੋ ਜਾਣੀ, ਸੰਤੁਸ਼ਟ ਹੋਈ ਜਾਣਾ, ਤੁਸੀਂ ਧਾਰਮਿਕ ਹੋਈ ਜਾਣਾ। ਬੜਾ ਸਿੰਪਲ ਤਰੀਕਾ ਹੈ, ਪਰ ਇਹ ਕਰਨਾ ਬਹੁਤ ਔਖਾ ਹੈ। ਗੱਲ ਖਿਆਲ ਵਿੱਚ ਰੱਖਿਓ।
जिन्ना सधारण ते सहज तरीका हुंदा है ना, क्योंकि जागृत पुरुष ही ज़्यादातर ये सहज तरीका दसदे, बड़ा आसान जिहा है ना, पर उन्ना ही करना कठिन हुंदा है। मिटना बहुत कठिन है, मिटन नूं कोई तैयार नहीं है, भावें आपां कह भी देने अंदरों, सोच भी लैने है ना सारा कुछ, फिर भी हंकार जिहड़ा पकड़ के रखदा अपने आप। जिवें अक्सर मैं कहना हुन्ना कई बार भी किसी विद्यार्थी नूं कह दिता जाए भी ये MA च गया होए नूं, है ना, तू पहली क्लास च बैठना है, वो बैठणों तैयार होवेगा, भी तैनूं कुछ नहीं आउंदा है, ऊड़ा एड़ा शुरू कर, वो कहूगा इन्नी बेइज्जती तो ना करो, है ना, भी पहली क्लास च बिठाई जाते जी, मैं इन्ना पढ़िया लिखिया, तो फिर किसी टीचर नूं कह दो तुसीं मास्टर नूं भी तैनूं कुछ नहीं आउंदा है, चल पिछे, तो फिर उन्होंने देखो पिछे जाना बड़ा कठिन है। आदमी अगे जाना चाहुंदा है, अगे जाना ही वासना दे विच पैना है, तृष्णा दे विच पैना है, गांह नूं जाना है, कुछ अगे अगे मिलेगा। तो धर्म की यात्रा फिर इतना ही ज़्यादा कर रहे हैं लोग, मिलूगा कुछ, बड़ी साधना करते, नाम जपते, है ना, तो उन्होंने लगता कुछ कुछ अनुभव हो रहे हैं थोड़े थोड़े, वो फिर किसी नूं जाके महात्मा नूं पुछदे पे ऐसे ऐसे अनुभव हो रहे, प्रकाश देखदा कुछ, है ना, कुछ हुंदा, वो कहंदे बहुत वधिया, होर कोशिश करो। अगला होर कोशिश करदा है, इदां फिर कोशिश जारी रहिंदी, मन चलता रहिंदा कि मन होर दृढ़ हुंदा रहिंदा भी मैं कुछ प्राप्त कर रहा हाँ, मैनूं कुछ मिल रहा है, मैं इन्नी साधना की तो इन्ना देखो जप तप किया तो आ मिलिया मैनूं, कई तो सर्टिफिकेट भी दे देंदे, बहुत कुछ मिल रहा, देखो कितना साधना कर रहे, तो मिलने वाले पासे चल पैंदा कि साधना द्वारा मिलेगा कुछ, मिटना कोई नहीं चाहता कि मिटना है, मिलना नहीं है कुछ भी। परमात्मा नूं मिलना नहीं है, परमात्मा मिलिया होया ही है सारिਆਂ ਨੂੰ ਪਹਿਲਾਂ ਤੋਂ ही, परमात्मा ਦੇ ਵਿੱਚ ही हो तुसी बाहर कुछ पकड़ लिया है, कूड़ झूठ, बस ओहो ही छड्डना है, ਉਹਨੂੰ ਕਹਿੰਦੇ मिटना, क्योंकि संसार द्वारा ही ਆਪਾਂ ਹੁੰਨੇ ਹਾਂ। अपनी होंद किवें है तुसी ये सोच लो, अगर तुसी कुछ भी हो संसार द्वारा ही हो ना, कोई पिता है ना, वो भी संसार के संबंधों द्वारा ही पिता है, कोई भी अहुदा है, अगर कोई अपना सत्कार भी करता, चार लोग करनगे तो तां ही है ना, आपां हुन्ने हाँ कुछ, कोई गुरु है, कोई संत है, कोई महात्मा है, वो चार लोग सत्कार कर रहे तां ही है, संसार द्वारा ही आपां नूं अहुदा मिलता है। तो अगर समझ लो आप ऐसी जगह पर होइए जिथे कोई भी ना हो, उत्थे आपां नूं मज़ा नहीं आवेगा हंकार दा, कि मनण वाला तो कोई भी नहीं इत्थे, मनण वाला की कई कह देंदे ओए इधर आ, और किसी बाबे नूं साधु नूं इदा क्या होवे, है ना, आखू भाई हद हो गई, मेरी परसनैलिटी नूं जानदा नहीं है। तो संसार दे विच मिलदा है, खुराक, तो संसार दे विच जिहड़ा कि नहीं आपां नूं ये तृष्णा जिहड़ी है वार वार होण दी, कुछ बनन दी, कुछ चाह, ये आपां नूं भटकाउंदी है। कई साधक इस तरह ही भटकते रहिंदे थां थां ते, क्योंकि मिटना नहीं चाहुंदे हैं, हंकार मिटना नहीं चाहुंदा,
हौं मिटना नहीं चाहुंदी, हौं कुछ पाउणा चाहुंदी, कुछ होना चाहुंदी, मिटना थोड़ी चाहुंदी। इस करके हौं नूं ही ज़्यादा चोट लगदी है। सतपुरख हौं नूं ही मिटाउंदे हैं ते हौं ते ही चोट करदे हैं। वो कहंदे तुसीं मिट जाओ, तुसीं हो जाओगे। कई मैं देखिया ना काफ़ी समय तो साधना कर रहे हुंदे हन ते साधना करदे होए इधर नूं आउंदे तो दसदे भी असीं इन्नी साधना कीती, इन्ना जे कीता वो कीता, इन्ने अनुभव होए, जे होया वो होया। मैं ਉਹਦੇ ਕੀਤੇ ਕਰਾਏ ਤੇ ਸਾਰੇ ਤੇ ਪਾਣੀ ਫੇਰ ਦਿੰਦਾ, ਮੈਨੂੰ ਕੋਈ ਕੁਝ ਵੀ ਨਹੀਂ ਹੋਇਆ, ਇਹ ਤੇਰੀ ਹੌਂ ਵੱਧ ਗਈ। ਉਹ ਚਾਹੁੰਦਾ ਸੀ ਮੇਰੀ ਖੁਸ਼ਾਮਦ ਕਰਨ ਵੀ ਦੇਖੋ ਕਿੰਨਾ ਕੁਝ ਹੋਇਆ, ਤੇ ਮੈਂ ਬ੍ਰਹਮ ਗਿਆਨ ਦੇ ਕੋਲ ਪਹੁੰਚਿਆ ਪਿਆ ਵੀ ਤੁਸੀਂ ਹਾਂ ਤੇ ਕਰੋ, ਹੈ ਨਾ। ਮੈਂ ਤਾਂ ਬਿਲਕੁਲ ਲੱਗ ਗਏ ਆ, ਮੈਂ ਕਹਿੰਦੇ ਨਾ ਕੁਝ ਵੀ ਨਹੀਂ ਹੋਇਆ। ਤੇ ਉਲਟੀ ਗੱਲ ਲੱਗਦੀ, ਇਹੋ ਹੀ ਵਾਸਤਵਿਕ ਹੈ। ਕਿਉਂਕਿ ਹੰਕਾਰ ਚਾਹੁੰਦਾ ਹੈ ਵੀ ਅਗਲੇ ਤੋਂ ਵੀ ਪ੍ਰਸ਼ੰਸਾ ਮਿਲ ਜਾਵੇ, ਹੈ ਨਾ। ਜਿਹੜੀ ਮੇਰੀ ਧਾਰਨਾ ਹੈ ਉਹਨੂੰ ਪੱਕੀ ਹੋਣ ਵਾਸਤੇ ਅਗਲਾ ਵੀ ਕਹਿ ਦੇਵੇ ਵੀ ਠੀਕ ਹੈ ਤੈਨੂੰ ਮਿਲ ਰਿਹਾ ਬਹੁਤ ਕੁਝ, ਤਾਂ ਉਹ ਧਾਰਨਾ ਹੋਰ ਮਜ਼ਬੂਤ ਹੋ ਜਾਵੇਗੀ। ਹੋਰ ਹੰਕਾਰ ਹੋ ਜਾਂਦਾ ਹੈ ਵੀ ਮੈਨੂੰ ਕੁਝ ਮਿਲ ਗਿਆ, ਹੋ ਗਿਆ। ਮੈਂ ਕਹਿੰਦਾ ਮਿਲਣਾ ਨਹੀਂ, ਮਿਟਣਾ ਹੈ, ਛੱਡਣਾ ਹੈ। ਇਹ ਗੱਲ ਇੰਨੀ ਜ਼ਿਆਦਾ ਅੰਦਰ ਘਰ ਕਰ ਗਈ ਹੈ ਕਿਉਂਕਿ ਪ੍ਰਚਾਰ ਜਿਹੜੀ ਗੱਲ ਦਾ ਲਗਾਤਾਰ ਆਪਾਂ ਸੁਣਦੇ ਹਾਂ ਨਾ, ਲਗਾਤਾਰ ਹੀ ਉਹਦਾ ਅਸਰ ਹੋ ਜਾਂਦਾ ਹੈ ਆਪਣੇ 'ਤੇ। ਜੋ ਵੀ ਆਪਾਂ ਸੁਣਦੇ ਹਾਂ ਬਾਹਰ ਸਭ ਕੁਛ ਇਹੋ ਕਿਹਾ ਜਾਂਦਾ ਹੈ ਤੁਸੀਂ ਸਾਧਨਾ ਕਰੋ, ਧਿਆਨ ਕਰੋ, ਜਪ ਕਰੋ, ਤਪ ਕਰੋ, ਬਾਣੀ ਪੜ੍ਹੋ, ਆਪਣੇ ਆਪਣੇ ਤਰੀਕੇ ਦੇ ਨਾਲ ਸਭ ਹੀ ਕਹਿ ਰਹੇ ਆ। ਅਤੇ ਇਸੇ ਕਾਰਨ ਹੀ ਪੁੱਛਣ ਵਾਲਾ ਕਹਿੰਦਾ ਵੀ ਮੈਂ ਕੀ ਕਰਾਂ। ਜਿਵੇਂ ਕੱਲ੍ਹ ਹੀ ਉਹ ਮਾਈ ਕਹਿ ਰਹੀ ਸੀ ਵੀ ਮੈਂ ਕਿਵੇਂ ਧਿਆਨ ਕਰਾਂ, ਕਿਵੇਂ ਨਾਮ ਜਪਾਂ। ਅਤੇ ਹਰ ਇੱਕ ਦਾ ਇਹੋ ਖਿਆਲ ਹੁੰਦਾ ਵੀ ਪੁੱਛਾਂ ਮੈਂ ਕਿਵੇਂ ਕਰਾਂ। ਅਤੇ ਮੈਂ ਕਿਹਾ ਤੁਸੀਂ ਵੀ ਪਹਿਲਾਂ ਇਹ ਪੁੱਛਣ ਨਾਲੋਂ ਵੀ ਦਵਾਈ ਕਿਵੇਂ ਖਾਵਾਂ, ਉਹਦੇ ਨਾਲੋਂ ਪਹਿਲਾਂ ਪੁੱਛੋ ਵੀ ਪਰਹੇਜ਼ ਕਰਾਂ। ਨਾਮ ਦਾਰੂ ਹੈ ਨਾ, ਦਵਾ ਹੈ। ਨਾਮ ਔਸ਼ਧੀ ਹੈ, ਧਿਆਨ ਔਸ਼ਧੀ ਹੈ, ਸਿਮਰਨ ਔਸ਼ਧੀ ਹੈ, ਦਵਾਈ ਹੈ, ਮੈਡੀਸਨ। ਇਸੇ ਕਰਕੇ ਮੈਡੀਸਨ ਤੋਂ ਹੀ ਮੈਡੀਟੇਸ਼ਨ ਬਣਿਆ ਹੈ ਸ਼ਬਦ, ਮੈਡੀਟੇਸ਼ਨ, ਹੈ ਨਾ। ਵੀ ਧਿਆਨ ਕਰੋ, ਮੈਡੀਸਨ ਮਿਲੇਗਾ। ਪਰ ਮੈਡੀਸਨ ਇਕੱਲੇ ਲੈਣ ਦੇ ਨਾਲ ਹੀ ਤੁਸੀਂ ਸਵਸਥ ਨਹੀਂ ਹੋਵੋਗੇ। ਪਰਹੇਜ਼, ਸ਼ੂਗਰ ਹੈ, ਡਾਇਬਟੀਜ਼ ਹੈ, ਦਵਾਈ ਦੇ ਰਿਹਾ ਹੈ ਡਾਕਟਰ, ਹੈ ਨਾ। ਸਿਰਫ ਦਵਾਈ ਖਾਣ ਨਾਲ ਹੀ ਸ਼ੂਗਰ ਠੀਕ ਨਹੀਂ ਹੋਵੇਗਾ, ਪਰਹੇਜ਼ ਵੀ ਕਰਨਾ ਪਵੇਗਾ। ਪਰ ਪਰਹੇਜ਼ ਕਰਨਾ ਬੜਾ ਕਠਿਨ ਹੈ। ਸ਼ੂਗਰ ਵਾਲੇ ਨੂੰ ਪਰਹੇਜ਼ ਕਰਨਾ ਕਠਿਨ ਹੈ। ਅਤੇ ਆਹ ਜਿਹੜੀ ਸੰਸਾਰ ਦੀ ਸ਼ੂਗਰ ਹੈ ਇਹਦੇ ਵਾਸਤੇ ਜੀ ਜ਼ਿਆਦਾ ਪਰਹੇਜ਼ ਆ ਕਠਿਨ ਹੈ। ਇਹ ਤਾਂ ਸ਼ੂਗਰ ਹੀ ਬਹੁਤ ਮਿੱਠੀ ਹੈ। ਦੇਖਿਆ ਨਾ ਤੁਸੀਂ, ਜਿਨ੍ਹਾਂ ਨੂੰ ਡਾਕਟਰ ਕਹਿ ਵੀ ਦੇਵੇ ਤੁਹਾਨੂੰ ਸ਼ੂਗਰ ਹੋ ਗਈ ਹੈ, ਡਾਇਬਟੀਜ਼ ਹੈ, ਤੁਸੀਂ ਮਿੱਠਾ ਨਾ ਖਾਓ, ਉਹ ਫਿਰ ਵੀ ਖਾਣਗੇ। ਉੱਥੇ ਮੈਂ ਦੇਖਿਆ ਇੱਕ ਲਾਗੇ ਰਹਿੰਦਾ ਹੁੰਦਾ ਸੀ ਮਿੱਤਰ ਪਿਆਰਾ, ਉਹ ਬਿਜਲੀ ਮਹਿਕਮੇ ਦੇ ਵਿੱਚ ਕੰਮ ਕਰਦਾ ਸੀ। ਉਹਨੂੰ ਸ਼ੂਗਰ ਹੋ ਗਈ ਅਤੇ ਡਾਕਟਰਾਂ ਨੇ ਮਨਾ ਕੀਤਾ ਵੀ ਮਿੱਠਾ ਨਹੀਂ ਖਾਣਾ। ਉਹਦੇ ਘਰ ਵਾਲੇ ਕਹਿੰਦੀ ਵੀ ਚੋਰੀ ਫਰਿੱਜ 'ਚੋਂ ਕੱਢ ਕੇ ਲੱਡੂ ਖਾ ਜਾਂਦਾ, ਬਰਫੀ ਖਾ ਜਾਂਦਾ, ਚੋਰੀ। ਮੈਂ ਕਿਹਾ ਦੇਖੋ ਇਹ ਮਿੱਠਾ ਖਾਣੋਂ ਨਹੀਂ ਰਹਿ ਰਿਹਾ, ਅਤੇ ਆਹ ਜਿਹੜਾ ਦੂਸਰਾ ਮਿੱਠਾ ਖਾ ਰਿਹਾ ਬਾਹਰ, ਇਹ ਤਾਂ ਹੋਰ ਸਵਾਦਲਾ ਹੈ ਨਾ। ਇਹ ਵਿਸ ਗੰਧਲਾਂ ਧਰੀਆਂ ਖੰਡ ਲਵਾੜ, ਦੇਖੋ ਇਹ ਤਾਂ ਮਿੱਠਾ ਹੀ ਕਮਾਲ ਦਾ ਹੈ।
है ना, खंड के नाल बाड़ के रखिया हुई, तो खाणों किवें हटेगा बंदा। तो वार वार जाता है मन तो खा लो, संसार वाल नूं वार वार जाता है मन। पता भी लग जाए, अनुभव भी हो जाए, तां भी संसार वाल नूं जाएगा मन कि कुछ नहीं है, फिर भी जाएगा। तृष्णा बुझदी नहीं है। तदे क्या है, तृष्णा विरले ही की बूझी है, एडी छेती मिटदी नहीं है। अनुभव भी हो जाए, जिवें वो जवान कह रहा सी कल भी विआह करावां कि ना करावां, है ना, मैं दुचिती दे विच कन्फ्यूज है। मैं तेरी आकांक्षा ही है ये संसार दी है, तां ही पुछ रहा है ना। आकांक्षा संसार दी है। जे तुसीं संसार भोगना चाहुंदे हो, तुसीं जीवन चंगी तरह लाइफ जीना चाहुंदे हो संसार दे विच, तां ही पुछ रहे हो ना भी वधिया मिल जाए। हो सकदा पिछली चंगी नहीं मिली। कई इदां सोचते हैं कि पिछले चलो धोखा हो गया, है ना, चंगी नहीं मिली, गाहां चंगी मिल जाए। जां कई स्त्रियां सोच लैंदियां भी चंगा मिल जाएगा, पर जो मिलता है पता लगता भी लड्डू सारे इक्को जिहे ही है। कोई बहुता फर्क नहीं है, रंग रूप का फर्क होगा, है ना। कई लड्डू रंग पा के बना देंगे, है ना, कई लड्डुआ च कई कई रंग पाए होंगे, उसका कोई फर्क नहीं है। पर बंदा सोचता है ना कि हो सकता लाइफ बेहतर हो जाए, और चंगी मिल जाए, है ना, तो होर चंगा होवे अगे नाल, होर वधिया मिल जाए। पिछले तू अनुभव नहीं ना है लिया है, निचोड़ कढ़िया नहीं है, तो कुछ भी नहीं है। इदां का ही है संसार, जिद्दां दा तुसीं देख गया गांह भी उदां दा ही होना। थोड़े दिन ही बंदा सपने लैंदा है नवें नवां, कुछ चिर बाद फिर उदां दा ही हो जाता। पहला पहला चंगा लगता है आदमी कुछ समय, बाद थोड़ी बाद पुराना हो गया तो सब। तो संसार दे जिहड़े है ना, ये कशिश है ना, कह लो, ये मिठा कह लो, कई कह देंगे आ विदेशों च गए हुए, है ना, मिठी जेल, वह शब्द भी कैसा बनाया, है ना। कई बजुर्ग चले जाते, उन्होंने कोई छुट नहीं होंदा उधर, कहते मिठी जेल च फसे हुए। मैं क्या हद हो गई भी अंग्रेज़ों ने किवें मिठा पाता उहदे विच, है ना। तो मिठी जेल च, वो जेल नहीं छुटती, देखो मिठा पिया हुआ, पता भी है मिठा। फिर जिन्ना मिठा खाओगे उन्नी ही विस वधदी जानी। यह विस गंधला धरियां खंड लिवाड़, कहते एक रहंदे रह गए, एक रहंदे गए हो जाए, एक खाई गए खाई गए खाई गए विस वधदी। बाबा बिख देखिया संसार, संसार जहर है, संसार की विचारधारा जहर है, संसार दीयां वासनावां जहर है, कामनावां जहर है, इच्छावां जहर है, संसार की चाह जहर है। जिन्नी आपां चाह करते हाँ उन्नी ही जहर अंदर भरदी जाती। यह विस गंधला धरियां खंड लिवाड़, उपर उपर बड़ियां मिठियां लगदियां, तो खाई जाओ तो जहर वधदी जाती। फिर चाह भी वधदी जाती, इच्छा भी वधदी जाती, कुछ पाउण दी कुछ होण दी। ते जिहड़ी तृष्णा है संसार दी, ये छड्डनी औखी है। ख्याल विच रखियो, नाम जपना औखा नहीं है, नाम जपना औखा नहीं, ध्यान करना भी औखा नहीं है। कई कहणगे बड़ा औखा है नाम जपना, रब दा नाम कलयुग दे विच किन्ना औखा है, कहणगे ना बड़ा औखा जी कलयुग, कित्थे नाम जप हुंदा। नहीं, कलयुग दे विच तृष्णा है सिखर ते, इस कारण औखा है। तुसीं तृष्णा छड्ड नहीं सकदे, तुसीं वासना नूं नहीं त्याग सकदे, तुसीं भज रहे हो वासना तृष्णा दे पिछे, तां औखा है। वो मन ते बाहर जा रहा है ना, ते नाम किवें, नाम ते उत्थे जपोगे तुसीं जिथे हो, नाम तो उत्थे ही होगा ना, मन तो बाहर जा रहे। तो मैं कहना बाहर जाता ठक रहा है
ਵੀ ਬਾਹਰ ਕਿਉਂ ਜਾ ਰਿਹਾ ਹੈ, ਤ੍ਰਿਸ਼ਨਾ ਦੇ ਕਾਰਨ। ਉੱਦਾਂ ਤੁਸੀਂ ਰੋਕ ਕੇ ਰੱਖੋ, ਲੱਖ ਰੋਕ ਕੇ ਰੱਖੋ, ਨਹੀਂ ਰੁਕਦਾ। ਕਿੰਨੀਆਂ ਸਾਧਨਾਵਾਂ ਕਰਾ ਰਹੇ ਹਨ ਵੀ ਧਿਆਨ ਲਾਓ, ਜਪ ਕਰੋ, ਸਿਮਰਨ ਕਰੋ, ਚਿੰਤਨ ਕਰੋ, ਬੜੀਆਂ ਵਿਧੀਆਂ ਦੱਸੀਆਂ ਜਾਂਦੀਆਂ, ਪਰ ਧਿਆਨ ਲਗਾਤਾਰ ਕੰਟੀਨਿਊ ਨਹੀਂ ਟਿਕਦਾ। ਕਿਉਂ ਨਹੀਂ ਟਿਕਦਾ ਹੈ? ਤ੍ਰਿਸ਼ਨਾ ਹੈ ਅੰਦਰ ਵੀ ਕੁਛ ਮਿਲੇ, ਕੁਛ ਮਿਲ ਹੀ ਨਹੀਂ ਰਿਹਾ। ਕੀ ਕਰਨ? ਜਿਵੇਂ ਕਈ ਧਿਆਨ ਕਰਦੇ ਹਨ, ਸਾਧਨਾ ਕਰਦੇ, ਤਾਂ ਉਹ ਦੇਖਦੇ ਰਹਿੰਦੇ ਵੀ ਅਜੇ ਕੁਛ ਮਿਲਿਆ ਕਿ ਨਹੀਂ ਮਿਲਿਆ। ਫਿਰ ਜਿਹੜੇ ਦੂਸਰੇ ਕਰਵਾਉਣ ਵਾਲੇ ਹਨ ਨਾ, ਉਹ ਆਣ ਕੇ ਪੁੱਛਦੇ ਕੰਨ 'ਚ ਜਾ ਕੇ, ਕਿਆ ਹੋ ਰਿਹਾ, ਕੁਛ ਮਿਲਿਆ ਕਿ ਨਹੀਂ ਹੋਇਆ, ਦੱਸੋ। ਅਗਰ ਕਹਿ ਦਿੱਤਾ ਜਾਵੇ ਵੀ ਕੁਛ ਮਿਲਿਆ, ਕਈ ਕਹਿ ਵੀ ਦਿੰਦੇ ਆ, ਕੁਛ ਦਿਖਾਈ ਦੇ ਰਿਹਾ, ਕੁਛ ਅਨੁਭਵ ਹੋ ਰਿਹਾ, ਕੋਈ ਮਹਿਸੂਸ ਹੋ ਰਿਹਾ, ਫੀਲ ਹੋ ਰਿਹਾ, ਕੁਛ ਹੈ, ਕਹਿੰਦੇ ਬਹੁਤ ਬੜੀ। ਤੇ ਅਗਰ ਧਿਆਨ ਟਿਕ ਵੀ ਜਾਵੇ ਥੋੜ੍ਹਾ ਚਿਰ, ਤਾਂ ਫਿਰ ਵੀ ਉਪਲਬਧੀ ਨਹੀਂ ਹੋਣੀ, ਕਿਉਂਕਿ ਮਨ ਤੋਂ ਬਾਹਰ ਜਾ ਰਿਹਾ ਹੈ। ਇੱਕਦਮ ਮਨ ਭਟਕਦਾ ਹੈ ਫਿਰ ਬਾਹਰ। ਤੁਸੀਂ ਸਾਧਨਾ ਤੋਂ ਉੱਠੋ, ਮਨ ਗਿਆ, ਮਨ ਲੈ ਤੁਰਦਾ ਹੈ, ਫਿਰ ਚਲੋ ਬਈ। ਇੱਕਦਮ ਜਾਂਦਾ ਹੈ ਬਾਹਰ। ਸਾਧਨਾ ਦੁਆਰਾ ਮਨ ਟਿਕਦਾ ਨਹੀਂ ਹੈ, ਜਪ ਤਪ ਦੁਆਰਾ ਵੀ ਨਹੀਂ ਟਿਕਦਾ ਹੈ, ਕਿਉਂਕਿ ਮੂਲ ਕਾਰਨ ਜਿਹੜਾ ਹੈ ਉਹ ਛੱਡ ਨਹੀਂ ਰਹੇ ਹਨ, ਕੋਈ ਵੀ ਨਹੀਂ ਛੱਡ ਰਹੇ ਹਨ। ਅਤੇ ਛਡਾਉਣਾ ਵੀ ਔਖਾ ਹੈ ਅਤੇ ਛੱਡਣਾ ਵੀ ਔਖਾ ਹੈ, ਇਹ ਵੀ ਖਿਆਲ ਵਿੱਚ ਰੱਖੋ। ਛਡਾਉਣਾ ਵੀ ਔਖਾ ਹੈ। ਜਿਸ ਤਰ੍ਹਾਂ ਮੈਂ ਕਹਿ ਦਿੰਦਾ ਨਾ ਵੀ ਸੰਸਾਰ ਵੱਲੋਂ ਧਿਆਨ ਹਟਾਓ, ਕੂੜ ਵੱਲੋਂ ਛੱਡੋ, ਕੂੜ ਨੂੰ, ਇੱਦਾਂ ਸਾਰੇ ਨਹੀਂ ਕਹਿੰਦੇ ਆ, ਬਹੁਤ ਘੱਟ। ਫਿਰ ਉੱਪਰੋਂ ਕਹਿਣਗੇ ਵੀ ਗਹਿਰਾਈ ਦੇ ਤਲ 'ਤੇ ਥੋੜ੍ਹੀ ਕੀ ਕਹਿੰਦਾ ਹੈ ਵੀ ਇਹ ਵਿਅਰਥ ਹੈ। ਕਹਿਣਾ ਵੀ ਔਖਾ ਹੈ। ਫਿਰ ਇਹੋ ਜਿਹੀ ਜਗ੍ਹਾ 'ਚ ਬੈਠ ਕੇ ਕਹਿਣਾ ਹੋਰ ਵੀ ਔਖਾ ਹੈ ਵੀ ਸੰਸਾਰ ਵਿਅਰਥ ਹੈ। ਅਗਰ ਕੋਈ ਝੁੱਗੀ ਝੌਂਪੜੀ ਦੇ ਵਿੱਚ ਬੈਠਾ ਹੁੰਦਾ ਫਿਰ ਕਹਿੰਦਾ, ਫਿਰ ਆਦਮੀ ਨੂੰ ਜ਼ਿਆਦਾ ਲੱਗਦਾ ਵੀ ਇਹ ਠੀਕ ਕਹਿ ਰਹੇ ਆ। ਜਿਵੇਂ ਬੁੱਧ ਸਨ, ਗੌਤਮ ਬੁੱਧ, ਉਹਨਾਂ ਨੇ ਸਾਰੇ ਮਹਿਲ ਦਾ ਤਿਆਗ ਕਰ ਦਿੱਤਾ, ਭਿਕਸ਼ੂ ਬਣ ਗਏ। ਅਤੇ ਭਿਕਸ਼ੂ ਹੋ ਕੇ ਉਹ ਕਹਿ ਰਹੇ ਸੰਸਾਰ ਦੁੱਖ ਰੂਪ ਹੈ, ਮੈਂ ਜਾਣ ਗਿਆ, ਮੈਂ ਛੱਡ ਲਈ। ਉਹਨਾਂ ਦੀ ਗੱਲ ਜ਼ਿਆਦਾ ਸਮਝ ਵਿੱਚ ਆਉਂਦੀ ਹੈ ਵੀ ਇਹਨੇ ਛੱਡ ਦਿੱਤਾ, ਤਿਆਗੀ ਹੈ। ਤਿਆਗ ਦੀ ਗੱਲ ਸਮਝ ਵਿੱਚ ਆਉਂਦੀ ਹੈ ਇਹਨਾਂ ਸਾਹਮਣੇ ਦੇਖ ਕੇ। ਮੈਂ ਉਲਟੀ ਗੱਲ ਕਹਿ ਰਿਹਾ ਹਾਂ, ਮੈਂ ਵੈਸੇ ਹੀ ਕਹਿ ਰਿਹਾ ਹਾਂ ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਵਿਖੇ ਕਹਿ ਰਹੇ ਸਨ। ਦੇਖੋ, ਅਨੰਦਪੁਰ ਦੀ ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦੀ, ਅਤੇ ਉੱਥੇ ਸੁੰਦਰ ਘਰ ਬਣਾਏ, ਮਹਿਲ ਬਣਾਏ, ਸ਼ੀਸ਼ ਮਹਿਲ ਬਣਾਇਆ, ਅਤੇ ਉੱਥੇ ਬੈਠ ਕੇ ਉਪਦੇਸ਼ ਦੇ ਰਹੇ ਹਨ ਵੈਰਾਗਮਈ। ਜਗ ਰਚਨਾ ਸਭ ਝੂਠ ਹੈ ਕਹਿ ਰਹੇ ਹਨ, ਇਹ ਜਗ ਧੂਏਂ ਕਾ ਪਹਾੜ ਤੈਂ ਸਾਚਾ ਜਾਣਿਆ ਕਹਿ ਰਹੇ ਹਨ। ਅਤੇ ਕਈ ਪੁੱਛ ਹੀ ਲੈਂਦੇ ਹੋਣੇ ਨਾ ਵੀ ਤੁਸੀਂ ਤਾਂ ਸ਼ੀਸ਼ ਮਹਿਲ 'ਚ ਰਹਿ ਰਹੇ ਜੀ, ਹੈ ਨਾ, ਅਤੇ ਸਾਨੂੰ ਕਹਿ ਰਹੇ ਧੂਏ ਕਾ ਪਹਾੜ ਪੇ ਝੂਠ ਆ, ਛੱਡੋ, ਆਪ ਤਾਂ ਏਡੀ ਵੱਡੀ ਕੋਠੀ 'ਚ ਰਹੀ ਜਾਂਦੇ। ਕੱਲ੍ਹ ਹੀ ਉਹ ਗੁਰਮੁਖ ਪਿਆਰੇ ਕਹਿ ਰਹੇ ਸੀ ਮੈਨੂੰ, ਕਹਿੰਦੇ ਵੀ ਇੱਧਰ ਜਿਹੜਾ ਆਵੇਗਾ ਨਾ ਤੁਹਾਡੇ ਵੱਲ, ਉੱਪਰ ਪੜ੍ਹੇਗਾ ਨਾ, ਦੇਖੇਗਾ ਕੋਈ ਵੀ, ਉਹ ਦੁਬਾਰਾ ਨਹੀਂ ਆਵੇਗਾ। ਮੈਂ ਉਹ ਕੱਟਰਪੰਥੀ ਨਹੀਂ ਆਵੇਗਾ, ਕਿਉਂਕਿ ਉਹਨਾਂ ਨੂੰ ਐਲਰਜੀ ਹੈ, ਉਹ ਨਾ ਪੜ੍ਹ ਕੇ ਹੀ ਮੁੜ ਜਾਣਗੇ। ਅਤੇ ਇੱਥੇ ਇਹੋ ਜਿਹਾ ਕੁਛ ਕਿਹਾ ਜਾਂਦਾ ਅਤੇ ਇਹੋ ਜਿਹਾ ਕੁਛ ਕਰਿਆ ਜਾਂਦਾ ਵੀ ਕੋਈ ਸ਼ਰਧਾਲੂ ਹੀ ਆ ਸਕਦਾ ਹੈ, ਬਾਹਰੋਂ ਦੇਖ ਕੇ ਕੋਈ ਨਹੀਂ ਆਵੇਗਾ ਦੂਸਰਾ। 100 ਤਰਕ ਕਰਨਗੇ। ਇੱਥੇ ਤਾਂ ਬਿਲਕੁਲ ਕੰਮ ਉਲਟਾ ਹੈ। ਸਿੱਖ ਸਮਾਜ 'ਚ ਜਿਹੜੇ ਸਾਧੂ ਮਹਾਤਮਾ ਹੈ ਨਾ, ਉਹ ਵੀ ਐਸਾ ਨਹੀਂ ਲਿਖਦੇ ਹਨ ਜੀਂਦੇ ਜੀ, ਕਦੀ ਨਹੀਂ ਕਿਸੇ ਨੇ ਲਿਖਿਆ ਹੈ ਜਿਸ ਤਰ੍ਹਾਂ ਉੱਥੇ ਲਿਖਿਆ ਹੋਇਆ ਸਤਿਗੁਰੂ ਹਰਪਾਲ ਸਿੰਘ। ਸਾਧੂ ਮਹਾਤਮਾ ਲਿਖ ਲੈਣਗੇ, ਸੰਤ ਲਿਖ ਦੇਣਗੇ,
ਕਿਸੇ ਨੇ ਨਹੀਂ ਲਿਖਿਆ ਹੈ। ਮਰਨ ਤੋਂ ਬਾਅਦ ਤੇ ਸ਼ਾਇਦ ਕੋਈ ਲਿਖ ਦੇ। ਤੋ ਫਿਰ ਮੱਥਾ ਟੇਕਣ ਤੋਂ ਇਨਕਾਰ ਕਰਨਗੇ, ਮੱਥਾ ਨਹੀਂ ਟੇਕਣਾ, ਦੂਰ ਰਹਿਣਾ, ਕਹਿਣਗੇ ਫਤਿਹ ਬੱਲਾ। ਉਹਨਾਂ ਹੀ ਉਹਨਾਂ ਦੇ ਸਤਿਕਾਰ ਵੱਧਦਾ ਹੈ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਬਾਬਾ ਬੜਾ ਵੀ ਨੰਬਰ ਹੈ। ਦੇਖੋ ਵੀ ਮੱਥਾ ਵੀ ਨਹੀਂ ਟੇਕਣ ਦਿੰਦਾ। ਉੱਦਾਂ ਭਾਵੇਂ ਉਹ ਪੂਰਾ ਜੇਬ 'ਤੇ ਧਿਆਨ ਹੋਵੇ ਵੀ ਕੀ ਕੱਢ ਕੇ ਦਿੰਦਾ। ਤੇ ਬਿਲਕੁਲ ਗੱਲ ਉਲਟੀ ਲੱਗਦੀ ਹੈ। ਤੇ ਆਪ ਦੇ ਦੇਖੋ ਕਿੰਨੀ ਸੁੱਖ ਸੁਵਿਧਾ ਦੇ ਵਿੱਚ ਰਹਿ ਰਹੇ ਹਨ। ਸਾਨੂੰ ਕਹਿ ਰਿਹਾ ਸੰਸਾਰ ਕੂੜ ਹੈ, ਵਿਅਰਥ ਹੈ, ਝੂਠ ਹੈ, ਛੱਡੋ ਪਰ। ਤੇ ਕਈ ਤਰਕ ਕਰਦੇ ਵੀ ਤੇ ਇਹੋ ਜਿਹੀ ਜਗ੍ਹਾ ਤੇ ਬੈਠ ਕੇ ਬੜਾ ਔਖਾ ਹੈ ਕਹਿਣਾ ਵੀ ਮਿਟੋ। ਪਰ ਜਿਹੜਾ ਵਾਸਤਵਿਕ ਦੇ ਵਿੱਚ ਅਮਲ ਕਰਦਾ ਹੈ ਨਾ, ਬਾਹਰੋਂ ਦੇਖ ਕੇ ਕਿਸੇ ਨੂੰ ਨਹੀਂ ਕੁਛ ਪਤਾ ਲੱਗੇਗਾ। ਮੈਂ ਅਕਸਰ ਪ੍ਰੇਮੀਆਂ ਨੂੰ ਕਹਿੰਦਾ ਹੁੰਦਾ, ਕਈਆਂ ਦੇ ਨਾਲ ਕਈ ਬਹਿਸ ਕਰ ਲੱਗ ਜਾਂਦੇ ਹਨ, ਅਤੇ ਮੈਂ ਕਹਿੰਦਾ ਹੁੰਦਾ ਤੁਸੀਂ ਚੁੱਪ ਰਹੋ। ਅਗਰ ਤੁਸੀਂ ਇੱਥੇ ਲੈ ਵੀ ਆਏ, ਕੋਈ ਬਾਹਰੋਂ ਦੇਖ ਕੇ ਚਲੇ ਵੀ ਗਿਆ ਤਾਂ ਵੀ ਕੁਛ ਨਹੀਂ ਪਤਾ ਲੱਗਣਾ, ਜਿੰਨਾ ਕਿ ਸੁਣ ਕੇ ਅਮਲ ਨਹੀਂ ਕਰਦਾ ਹੈ। ਅਮਲ ਕਰੇਗਾ ਤਾਂ ਹੀ ਉਹਨੂੰ ਪਤਾ ਲੱਗੇਗਾ ਵਾਸਤਵਿਕਤਾ ਦਾ। ਬਿਨਾਂ ਅਮਲ ਕੀਤੇ ਥੋੜ੍ਹੀ ਗੱਲ ਕਰ ਬਣੇ। ਵੀ ਛੱਡਣਾ ਕੀ ਹੁੰਦਾ ਹੈ, ਤੇ ਛੱਡਣ ਵਾਸਤੇ ਕੌਣ ਕਹਿੰਦਾ ਹੈ ਵਾਰ-ਵਾਰ? ਵਾਰ-ਵਾਰ ਕੌਣ ਕਹਿ ਰਿਹਾ ਹੈ ਵੀ ਜਗਤ ਝੂਠ ਹੈ, ਅਸਾਰ ਹੈ, ਮਿਥਿਆ ਹੈ? ਕੌਣ ਕਹਿ ਦਿੰਦਾ? ਤੇ ਇਹਦੀ ਤ੍ਰਿਸ਼ਨਾ ਜਿਹੜੀ ਕਰਨੀ ਹੈ ਉਹ ਭਟਕਾਉਣੀ ਹੈ। ਇਸੇ ਕਾਰਨ ਹੀ ਮੈਂ ਦੇਖੋ ਬਹੁਤ ਵਾਰਾਂ ਕਿਹਾ ਹੈ ਰਿਕਾਰਡਿੰਗਾਂ ਦੇ ਵਿੱਚ, ਜਿਨ੍ਹਾਂ ਨੇ ਸੁਣਿਆ ਹੈ, ਪਰ ਉਹਨਾਂ ਦੀ ਗੱਲ ਸਮਝ ਵਿੱਚ ਨਹੀਂ ਆਉਂਦੀ। ਇਹ ਪੰਕਤੀਆਂ ਮੈਂ ਬਹੁਤ ਵਾਰਾਂ ਦੁਹਰਾਈਆਂ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਪਰ ਇਹ ਕੰਮ ਕਰਨਾ ਬਹੁਤ ਕਠਿਨ ਹੈ। ਜੀਵਨ ਦੀ ਇੱਛਾ ਛੱਡਣੀ ਕਠਿਨ ਹੈ, ਬਲਕਿ ਜੀਵਨ ਦੀ ਇੱਛਾ ਕਾਰਨ ਹੀ ਆਦਮੀ ਆਉਂਦਾ ਹੈ ਇੱਥੇ। ਜੀਵਨ ਦੀ ਇੱਛਾ ਛੱਡਣੀ ਬੜੀ ਕਠਿਨ ਹੈ ਵੀ ਮੈਂ ਹੁਣ ਜੀਣਾ ਨਹੀਂ ਚਾਹੁੰਦਾ, ਮੈਨੂੰ ਮਰਨਾ ਕਬੂਲ ਹੈ। ਅਤੇ ਜਿਹਨੂੰ ਮਰਨਾ ਕਬੂਲ ਤੇ ਰੇਣਕਾ ਤੇ ਹੋ ਹੀ ਗਿਆ। ਜੇ ਤਾਂ ਪੰਜ ਪਿਆਰੇ ਆਏ ਸੀ, ਜੀਵਨ ਦੀ ਇੱਛਾ ਛੱਡ ਕੇ ਆਏ ਸੀ, ਉਹਨਾਂ ਨੇ ਮਰਨਾ ਕਬੂਲ ਕੀਤਾ ਸੀ ਵੀ ਸਾਨੂੰ ਕੁਛ ਨਹੀਂ ਚਾਹੀਦਾ, ਤਾਂ ਉਹ ਵੀ ਇੱਕਦਮ ਨਹੀਂ ਆ ਗਏ ਹੋਣਗੇ। ਸੰਸਾਰ ਦੇ ਵਿੱਚ ਉਹ ਬਹੁਤ ਕੁਛ ਦੇਖ ਕੇ ਆਏ ਹੋਣਗੇ। ਵੇਖੋ ਕਿੱਡੀ ਕਿੱਡੀ ਦੂਰੋਂ ਆਏ, ਇੱਕ ਜਗਨਨਾਥ ਤੋਂ ਆਇਆ, ਇੱਕ ਪੁਰੀ ਤੋਂ ਆਇਆ, ਅਤੇ ਜਦੋਂ ਇੱਧਰ ਨੂੰ ਆਏ ਤਾਂ ਕਿੰਨੇ ਸਾਧੂ ਮਿਲੇ ਹੋਣਗੇ, ਕਿੰਨੇ ਆਸ਼ਰਮ ਸੀ ਉਹਨਾਂ ਦੇ ਰਸਤੇ ਦੇ ਵਿੱਚ, ਕਿੰਨੇ ਧਾਰਮਿਕ ਸਥਾਨ ਥੇ, ਸਾਰਿਆਂ ਤੋਂ ਹੋ ਕੇ ਹੀ ਆਏ ਨਾ ਉਹ ਅਨੰਦਪੁਰ। ਤੇ ਕਿਸੇ ਨੇ ਵੀ ਐਸਾ ਨਹੀਂ ਕਿਹਾ ਹੋਣਾ ਵੀ ਪਹਿਲਾਂ ਮਰਨ ਕਬੂਲ ਕਰ, ਫਿਰ ਅਸੀਂ ਤੈਨੂੰ ਕਬੂਲ ਕਰਦੇ ਹਾਂ ਵੀ ਆਪਣਾ ਸਿੱਖ। ਕਿਸੇ ਨੇ ਕਿਹਾ ਹੋਊਗਾ ਵੀ ਮਿਟਣਾ ਕਬੂਲ ਕਰ ਪਹਿਲਾਂ ਤੂੰ, ਫਿਰ ਗੱਲ ਬਣੂਗੀ। ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਪਹਿਲਾਂ ਮਰਨਾ ਕਬੂਲ ਕਰੋ ਜੇ ਮੇਰੇ ਸਿੱਖ ਹੋਣਾ। ਤੇ ਦੇਖੋ ਫਿਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿਰਫ 5 ਉੱਠੇ, ਤੇ ਕਿੰਨੇ ਚਿਰ ਦਾ ਸਿੱਖਾਂ ਦਾ ਪ੍ਰਚਾਰ ਚੱਲ ਰਿਹਾ ਸੀ। ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿੱਖ ਤਿਆਰ ਹੋ ਰਹੇ ਸੀ। ਤਾਂ ਇੰਨੇ ਵੱਡੇ ਇਕੱਠ ਦੇ ਵਿੱਚੋਂ ਸਿਰਫ 5 ਉੱਠੇ ਮਰਨ ਵਾਸਤੇ, ਜਿਨ੍ਹਾਂ ਨੇ ਮਰਨਾ ਕਬੂਲ ਕੀਤਾ। ਬਹੁਤ ਕਠਿਨ ਹੈ। ਜੀਣਾ ਚਾਹੁੰਦੇ ਹਾਂ ਆਪਾਂ ਸੰਸਾਰ ਦੇ ਵਿੱਚ, ਕਿਉਂ ਜੀਣਾ ਚਾਹੁੰਦੇ ਹਾਂ? ਵਧੀਆ ਲਾਈਫ, ਵਧੀਆ ਢੰਗ ਨਾਲ ਜੀਣਾ, ਇੱਦਾਂ ਜੀਣਾ
ਤੇ ਆਪਾਂ ਜੀਵਨ ਦੀ ਆਕਾਂਸ਼ਾ ਦੇ ਨਾਲ ਭਰੇ ਪਏ। ਆਪਾਂ ਚਾਹੁੰਦੇ ਹੋਰ ਵਧੀਆ ਹੋਵੇ ਜੀ, ਹੋਰ ਵਧੀਆ ਹੋ ਅੱਗੇ ਨਾਲ, ਤਾਂ ਹੀ ਧਰਮ ਵਾਲੇ ਪਾਸੇ ਵੀ ਆਪਾਂ ਤਾਂ ਹੀ ਆ ਜਾਂਦੇ। ਕਹਿੰਦੇ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਹਨ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਤੇ ਸਿਮਰਨ ਕਰਕੇ ਬੜਾ ਸੁੱਖ ਮਿਲਦਾ। ਚਲੋ ਸਿਮਰਨ ਕਰਦੇ ਆ, ਫਿਰ ਆਦਮੀ ਜਦੋਂ ਸਿਮਰਨ ਕਰਨ ਲੱਗੇ ਸੁੱਖ ਤਾਂ ਕਿੱਥੇ ਮਿਲਣਾ ਉਹਨੂੰ, ਹੈ ਨਾ, ਅੱਕ ਜਾਂਦਾ। ਫਿਰ ਜਿਹੜਾ ਮਾੜਾ ਮੋਟੀ ਕਮਾਈ ਕਰਦਾ ਉਹ ਵੀ ਨਹੀਂ ਹੋ ਪਾਉਂਦੀ। ਪਰ ਉਹ ਸਿਮਰਨ ਉਹਦੇ ਵਾਸਤੇ ਕਿਹਾ ਹੈ ਜਿਹੜਾ ਸਿਮਰਨ ਕਰਦਾ ਹੈ। ਸਿਮਰਨ ਜਿਹੜਾ ਪਰਮਾਤਮਾ ਨੂੰ ਚੇਤੇ ਕਰਦਾ ਹੈ, ਸੰਸਾਰ ਨੂੰ ਨਹੀਂ। ਜਿਹਨੇ ਤ੍ਰਿਸ਼ਨਾ ਛੱਡ ਦਿੱਤੀ ਹਨ ਉਹਨੇ ਸਿਮਰਿਆ ਨਾ। ਜਿਹਨੇ ਤ੍ਰਿਸ਼ਨਾ ਛੱਡ ਦਿੱਤੀ, ਜਿਹਨੇ ਕੂੜ ਨੂੰ ਛੱਡ ਦਿੱਤਾ, ਕੂੜ ਦੇ ਘੋੜੇ ਖੋਲ੍ਹ ਦਿੱਤੇ ਵੀ ਹੁਣ ਨਹੀਂ ਕਿਤੇ ਜਾਣਾ ਹੈ ਨਾ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹ, ਕੂੜ ਦੇ ਘੋੜੇ ਛੋੜ ਦਿੱਤੇ ਵੀ ਹੁਣ ਨਹੀਂ ਕਿਤੇ ਜਾਣਾ, ਸੰਤੁਸ਼ਟ ਹੋ ਗਏ। ਉਹੀ ਸਿਮਰ ਸਕਦਾ ਹੈ, ਉਹਨੂੰ ਹੀ ਸੁੱਖ ਮਿਲੇਗਾ ਨਾ। ਤ੍ਰਿਸ਼ਨਾ ਕਰਕੇ ਸੁੱਖ ਥੋੜ੍ਹੀ ਮਿਲੇਗਾ। ਤੁਸੀਂ ਜਾਪ ਕਰ ਰਹੇ ਤੇ ਸੋਚ ਰਹੇ ਸੁੱਖ ਮਿਲ ਰਿਹਾ ਕਿ ਨਹੀਂ ਮਿਲੇ, ਇਹ ਤੇ ਉਹੀ ਤ੍ਰਿਸ਼ਨਾ ਹੋ ਗਈ। ਜਿਵੇਂ ਸੰਸਾਰ ਦੇ ਵਿੱਚ ਆਦਮੀ ਚਾਹੁੰਦਾ ਸੁੱਖ ਮਿਲਦਾ ਕਿ ਨਹੀਂ ਮਿਲਦਾ, ਇੱਦਾਂ ਹੀ ਧਾਰਮਿਕ ਆਦਮੀ ਚਾਹੁੰਦਾ ਵੀ ਸਾਧਨਾ ਕਰਦਾ, ਨਾਮ ਜਪਦਾ, ਸੁੱਖ ਮਿਲਦਾ ਕਿ ਨਹੀਂ ਮਿਲਦਾ, ਮਿਲੇਗਾ ਕਿ ਨਹੀਂ ਮਿਲੇਗਾ, ਮਿਲਿਆ ਕਿ ਨਹੀਂ ਮਿਲਿਆ ਅਜੇ ਤੱਕ। ਤੇ ਸੋਚਦਾ ਹੈ ਅੰਦਰ, ਉਹ ਸੁੱਖ ਸੋਚਦਾ ਹੈ, ਕਹਿੰਦੇ ਸੁੱਖ ਤਾਂ ਮਿਲੇ। ਕਈ ਕਹਿੰਦੇ ਸ਼ਾਂਤੀ 'ਚ ਬੜਾ ਸੁੱਖ ਹੈ। ਚਲੋ ਸ਼ਾਂਤ ਹੋ ਕੇ ਦੇਖੋ ਸੁੱਖ ਮਿਲੇ। ਵਾਸ਼ਨਾ ਸੁੱਖ ਦੀ ਹੈ ਨਾ, ਜਿਵੇਂ ਸੰਸਾਰ 'ਚ ਸੁੱਖ ਚਾਹੁੰਦਾ ਹੈ ਇੱਦਾਂ ਹੀ ਸੁੱਖ ਮਿਲੇ। ਤੇ ਨਾਮ ਜਿਹੜਾ ਹੈ, ਜਦੋਂ ਮੈਂ ਸ਼ੁਰੂ 'ਚ ਗੱਲ ਕੀਤੀ ਹੈ ਨਾ, ਅਬ ਕੱਲੂ ਆਏ ਔਰ ਇੱਕ ਨਾਮ ਬਵੋ ਬਵੋ ਨਿਰੂਤ ਨਾਲ, ਉਹਦਾ ਭਾਵ ਹੈ ਵੀ ਨਾਮ ਜਿਹੜਾ ਹੈ ਨਾ ਉਹ ਤ੍ਰਿਸ਼ਨਾ ਨੂੰ ਛੱਡ ਕੇ ਮਿਲਦਾ ਹੈ। ਕਈ ਸਾਧੂ ਮਹਾਤਮਾ ਨਾਮ ਦਿੰਦੇ ਹਨ, ਨਾਮ ਦੇਣ ਦੀ ਵੀ ਨਹੀਂ ਲੋੜ ਹੈ। ਜਿਹੜਾ ਤ੍ਰਿਸ਼ਨਾ ਨੂੰ ਛੱਡ ਕੇ ਆ ਗਿਆ ਉਹਨੂੰ ਮਿਲ ਹੀ ਗਿਆ, ਜਿਹੜਾ ਵਾਸ਼ਨਾ ਨੂੰ ਛੱਡ ਕੇ ਆ ਗਿਆ ਉਹਨੂੰ ਮਿਲ ਹੀ ਗਿਆ, ਜਿਹੜਾ ਚਾਹ ਨੂੰ ਛੱਡ ਕੇ ਆ ਗਿਆ ਉਹਨੂੰ ਮਿਲ ਹੀ ਗਿਆ ਨਾਮ, ਜਿਹਨੇ ਮਰਨਾ ਕਬੂਲ ਕਰ ਦੇ ਲਿਆ ਉਹਨੂੰ ਮਿਲ ਹੀ ਗਿਆ ਨਾਮ। ਤਾਂ ਉਹਦੇ ਅੰਦਰ ਆਪਣੇ ਆਪ ਹੀ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ। ਜਦੋਂ ਸੰਤੁਸ਼ਟ ਹੋ ਗਿਆ ਤਾਂ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਅਸੰਤੁਸ਼ਟ ਨੂੰ ਸ਼ਾਂਤੀ ਨਹੀਂ ਹੈ ਨਾ। ਕੁਝ ਚਾਹੀਦਾ ਤਾਂ ਸ਼ਾਂਤੀ ਕਿਵੇਂ ਆਊਗੀ? ਜਦੋਂ ਚਾਹੀਦਾ ਹੀ ਨਹੀਂ ਕੁਝ ਤਾਂ ਸ਼ਾਂਤੀ ਆ ਗਈ। ਇਹਨੂੰ ਹੀ ਸਮਰਪਣ ਕਿਹਾ। ਜੇ ਚਾਹੀਦਾ ਹੀ ਕੁਝ ਨਹੀਂ ਤਾਂ ਸ਼ਾਂਤੀ ਤਾਂ ਆ ਹੀ ਗਈ। ਤੇ ਜਿੰਨਾ ਚਾਹੀਦਾ ਹੈ, ਕੁਛ ਵੀ ਚਾਹੀਦਾ ਹੈ, ਸ਼ਾਂਤੀ ਨਹੀਂ ਮਿਲਣੀ। ਦੇਖੋ ਭੀਖਣ ਦਾ ਇੱਕ ਸ਼ਬਦ ਹੈ, ਕਹਿੰਦੇ ਕਹਿ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਭੀਖਣ ਜੀ ਕਹਿ ਰਹੇ ਵੀ ਮੈਂ ਸੰਤੁਸ਼ਟ ਹੋ ਗਿਆ, ਦੇਖਣ ਤੋਂ ਵੀ ਸੰਤੁਸ਼ਟ ਹੋ ਗਿਆ। ਹੁਣ ਦੇਖਣਾ ਵੀ ਨਹੀਂ ਚਾਹੁੰਦਾ। ਇੱਕ ਤਾਂ ਹੈ ਨਾ ਬਾਹਰੋਂ ਸੰਸਾਰ ਨੂੰ ਭੋਗਣਾ ਨਹੀਂ ਚਾਹੁੰਦਾ, ਸੰਸਾਰ 'ਚ ਸੁੱਖ ਨਹੀਂ ਲੈਣਾ ਚਾਹੁੰਦਾ, ਸੰਤੁਸ਼ਟ ਹੋ ਗਿਆ ਵੀ ਕੋਈ ਸੁੱਖ ਨਹੀਂ ਚਾਹੀਦਾ, ਕੋਈ ਇੱਛਾ ਨਹੀਂ ਹੈ ਸੰਸਾਰ ਦੀ, ਕੋਈ ਚਾਹ ਨਹੀਂ ਹੈ, ਹੈ ਨਾ। ਇਹ ਸੰਤੁਸ਼ਟੀ ਵੀ ਅੰਦਰ ਅੰਦਰ ਜਾਵੇਗੀ। ਸੰਸਾਰ ਵੱਲੋਂ ਕੁਛ ਨਹੀਂ ਚਾਹੀਦਾ। ਫਿਰ ਮੈਂ ਕੁਛ ਸੁਣਨਾ ਵੀ ਨਹੀਂ ਚਾਹੁੰਦਾ। ਕਈ ਵਾਰ ਹੁੰਦਾ ਨਾ ਆਪਣੇ ਅੰਦਰ ਚਾਹ ਹੁੰਦੀ ਹੈ ਵੀ ਕੋਈ ਚੰਗੀਆਂ ਚੰਗੀਆਂ ਚੀਜ਼ਾਂ ਸੁਣੀ, ਰਿਕਾਰਡਿੰਗਾਂ ਜਾਂ ਹੋਰ ਗੀਤ ਸੰਗੀਤ, ਕਈ ਸ਼ਬਦ ਸੁਣਨੇ ਸ਼ੁਰੂ ਕਰ ਦਿੰਦੇ, ਉੱਧਰੋਂ ਵੀ ਸੰਤੁਸ਼ਟ ਹੋ ਗਏ। ਹਾਂਜੀ, ਜ਼ਬਾਨ ਦੇ ਰਸਕਸਾਂ ਵੱਲੋਂ ਵੀ ਸੰਤੁਸ਼ਟ ਹੋ ਗਿਆ ਵੀ ਇਹ ਵੀ, ਦੇਖਣ ਤੋਂ ਵੀ ਸੰਤੁਸ਼ਟ ਹੋ ਗਿਆ ਵੀ ਦੇਖ ਲਿਆ ਸੰਸਾਰ, ਹੁਣ ਕੁਛ ਨਹੀਂ, ਤੇ ਉਹ ਤਾਂ ਮਾਰ ਹੀ ਗਿਆ ਫਿਰ ਨਾ।
ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀ। ਜਿਹੜਾ ਬਿਲਕੁਲ ਸੰਤੁਸ਼ਟ ਹੋ ਗਿਆ ਤਾਂ ਮਰ ਹੀ ਗਿਆ। ਜਹ ਦੇਖਾਂ ਤਹ ਸੋਈ, ਉਹ ਕਹਿੰਦੇ ਜਿੱਧਰ ਵੀ ਦੇਖਦਾ ਹੁਣ ਉਹ ਨਜ਼ਰ ਆਉਂਦਾ। ਦੇਖਣ ਦੀ ਚਾਹ ਨਹੀਂ ਰਹੀ ਤੇ ਉਹ ਨਜ਼ਰ ਆ ਰਿਹਾ, ਤੇ ਜਿੰਨਾ ਚਿਰ ਚਾਹ ਸੀ ਉਹਨਾਂ ਚਿਰ ਸੰਸਾਰ ਨਜ਼ਰ ਆਉਂਦਾ। ਜਿਹਨੂੰ ਚਾਹ ਕੋਈ ਨਹੀਂ ਰਹੀ, ਇੱਛਾ ਹੀ ਨਹੀਂ ਰਹੀ, ਪਰ ਚਾਹ ਛੱਡਣੀ ਬੜੀ ਔਖੀ। ਇਹ ਬਾਹਰਲੀ ਚਾਹ ਦੀ ਨਹੀਂ ਮੈਂ ਗੱਲ ਕਰਦਾ, ਇਹਦੇ ਛੱਡਿਆ ਕੁਛ ਨਹੀਂ ਬਣਨਾ ਹੈ। ਅੰਦਰ ਦੀ ਚਾਹ। ਸਤਿਗੁਰੂ ਜੀ ਬਹੁਤ ਕੀਮਤੀ ਬਚਨ ਕਿਹਾ, ਦੁਬਾਰਾ ਫਿਰ ਇੱਕ ਵਾਰ ਕਰ ਦਿਓ ਕਿਰਪਾ ਕਿ ਜਦੋਂ ਅਸੀਂ ਸਾਰੀਆਂ ਇੰਦਰੀਆਂ ਤੋਂ ਸੰਤੁਸ਼ਟ ਹੋ ਗਏ ਆਪੇ ਮਰ ਗਏ। ਹਾਂ, ਫਿਰ ਕਿਰਪਾ ਕਰੋ। ਇਹ ਸੰਤੁਸ਼ਟ ਹੋਣਾ ਹੈ ਤੇ ਬਹੁਤ ਹੀ ਆਸਾਨ ਹੈ। ਜਿੰਨਾ ਚਿਰ ਤ੍ਰਿਸ਼ਨਾ ਹੈ ਨਾ, ਕਿਸੇ ਚੀਜ਼ ਦੀ ਵੀ ਤ੍ਰਿਸ਼ਨਾ ਹੈ ਤੁਹਾਡੇ ਅੰਦਰ, ਉਹਨਾਂ ਚਿਰ ਮਨ ਭਟਕਦਾ ਹੈ। ਤੁਸੀਂ ਕੁਛ ਪਾਉਣਾ ਚਾਹੁੰਦੇ ਹੋ ਤੇ ਮਨ ਚੱਲ ਰਿਹਾ ਹੈ। ਤੁਸੀਂ ਸੁੱਖ ਪਾਉਣਾ ਚਾਹੁੰਦੇ ਹੋ, ਜਿਵੇਂ ਆਦਮੀ ਸੁੱਖ ਪਾਉਣਾ ਚਾਹੁੰਦਾ ਹੈ ਸੰਸਾਰ ਦੇ ਵਿੱਚ, ਤਾਂ ਉਹ ਸੋਚੇਗਾ ਵੀ ਮੇਰੇ ਕੋਲ ਸੁੰਦਰ ਮਕਾਨ ਹੋਵੇ, ਉਹਦੇ ਵਿੱਚ ਏਸੀ ਲੱਗਾ ਹੋਵੇ ਤੇ ਮੈਂ ਕਹਿੰਦਾ ਮੌਜ ਦੇ ਵਿੱਚ ਰਹੂੰਗਾ ਗਰਮੀ ਦੇ ਵਿੱਚ। ਉਹ ਸੁੱਖ ਪਾਉਣਾ ਚਾਹੁੰਦਾ ਹੈ। ਫਿਰ ਖਾਣ ਨੂੰ ਵਾਧੂ ਹੋਵੇ, ਜੇ ਹੋਵੇ ਉਹ ਹੋਵੇ, ਸੇਵਾ ਕਰਨ ਵਾਲੀ ਹੋਵੇ, ਸੇਵਾ ਕਰਨ ਵਾਲੇ ਹੋਣ, ਜੇ ਹੋਵੇ, ਉਹ ਆਦਮੀ ਸੁੱਖ ਸੋਚਦਾ ਹੈ ਅੱਗੇ ਅੱਗੇ ਅੱਗੇ। ਫਿਰ ਸੁੱਖ ਦੀ ਵਾਸ਼ਨਾ ਵੀ ਵੱਧਦੀ ਰਹਿੰਦੀ, ਜਿੰਨਾ ਹੋਵੇ ਹੋਰ ਹੋਵੇ, ਹੋਰ ਹੋਵੇ। ਜਿਸ ਤਰ੍ਹਾਂ ਫਾਲੋਵਰ ਮੈਂ ਹੁਣੇ ਕਹਿ ਰਿਹਾ ਸੀ ਨਾ, ਪੈਨੇ ਹੋਣ, ਉਹ ਕਹਿੰਦਾ ਹੋਰ ਹੋਣ, ਹੋਰ ਹੋਣ, ਹੋਰ ਸੁੱਖ ਮਿਲੇ। ਕਿਉਂਕਿ ਹੰਕਾਰ ਦੀ ਤ੍ਰਿਪਤੀ ਹੁੰਦੀ ਹੈ, ਜਿੰਨੇ ਲੋਕ ਤੁਹਾਨੂੰ ਮੰਨਦੇ, ਬੱਲੇ ਬੱਲੇ ਕਰਦੇ, ਮਜ਼ਾ ਆਉਂਦਾ। ਤੇ ਆਦਮੀ ਬਾਹਰ ਸੁੱਖ ਚਾਹੁੰਦਾ ਹੈ। ਫਿਰ ਜਦੋਂ ਧਾਰਮਿਕ ਹੋ ਜਾਂਦਾ ਹੈ ਆਦਮੀ, ਫਿਰ ਵੀ ਉਹ ਸੁੱਖ ਹੀ ਚਾਹੁੰਦਾ ਹੈ। ਸੁੱਖ ਦੀ ਆਕਾਂਸ਼ਾ ਬਣੀ ਰਹਿੰਦੀ। ਉਹ ਸਿਮਰਨ ਕਰਦਾ, ਧਿਆਨ ਕਰਦਾ, ਜਪ ਤਪ ਕਰਦਾ, ਕਿਹਨੂੰ ਸੁੱਖ ਮਿਲੇ। ਉਹ ਤ੍ਰਿਸ਼ਨਾ ਤੇ ਉਹ ਰਹਿ ਗਈ ਨਾ, ਤੇ ਤ੍ਰਿਸ਼ਨਾ ਬੁਝਦੀ ਨਹੀਂ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ। ਫਿਰ ਸੁਣਨ ਦਾ ਸੁੱਖ, ਜਿਵੇਂ ਕਹਿੰਦੇ ਦੁਬਾਰਾ ਕਹਿ ਦਿਓ, ਕਈਆਂ ਨੂੰ ਹੁੰਦਾ ਚਲੋ ਹੋਰ ਗੀਤ ਸੰਗੀਤ ਨਹੀਂ ਸੁਣਨੇ ਆ, ਗੁਰਬਾਣੀ ਸੁਣੋ, ਕੀਰਤਨ ਸੁਣੋ। ਕਈ ਕੀਰਤਨ ਨਹੀਂ ਸੁਣੀ ਜਾਂਦੇ ਸਾਰੀ ਦਿਹਾੜੀ, ਉਹ ਵੀ ਵਾਸ਼ਨਾ ਹੀ, ਉਹ ਵੀ ਇੱਕ ਕਿਸਮ ਦੀ ਉਹਨਾਂ ਨੂੰ ਆਦਤ ਬਣ ਗਈ, ਉਹਦੇ 'ਚ ਸੁੱਖ ਮਿਲ ਰਿਹਾ ਹੈ ਨਾ। ਕਈਆਂ ਨੂੰ ਖਾ ਕੇ ਚੱਖ ਕੇ ਸੁੱਖ ਮਿਲਦਾ ਹੈ। ਕਈ ਕਹਿੰਦੇ ਨਾਮ ਜਪਦੇ ਆ ਤੇ ਅੰਦਰੋਂ ਸਵਾਦ ਆਉਂਦਾ ਅਜੀਬ ਤੋਂ, ਨਾਮ ਜਪੇ। ਦੱਸੋ ਵੀ ਉਹ ਜਿਹੜਾ ਸਵਾਦ ਲੈਂਦੇ ਤੁਸੀਂ ਕਲਪਨਾ ਦਾ ਹੀ ਲਈ ਜਾਂਦੇ। ਸਵਾਦ ਆਉਂਦਾ, ਸਵਾਦ ਆਉਂਦਾ ਤਾਂ ਠੀਕ ਆ, ਜੇ ਨਾ ਆਵੇ ਤਾਂ ਫਿਰ ਤੇ ਔਖਾ ਕੰਮ ਨਾ। ਜੀਵ ਦਾ ਸਵਾਦ, ਜੀਵ ਦੇ ਕਹਿੰਦੇ ਉੱਪਰ ਰਸ ਟਪਕਦਾ। ਇਹ ਤੇ ਸਰੀਰ ਦੀ ਗੱਲ ਥੋੜ੍ਹੀ ਹੈ। ਉਹ ਜਿਹੜਾ ਰਸ ਹੈ ਸਰੀਰ ਦੇ ਨਾਲ ਸੰਬੰਧਿਤ ਥੋੜ੍ਹੀ ਹੈ। ਜਿਹਨੂੰ ਪਰਮ ਰਸ ਕਿਹਾ ਉਹ ਸਰੀਰ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਗੱਲ ਖਿਆਲ ਵਿੱਚ ਰੱਖਿਓ, ਸਰੀਰ ਦੇ ਨਾਲ ਬਿਲਕੁਲ ਸੰਬੰਧਿਤ ਨਹੀਂ। ਜੇ ਸਰੀਰ ਨਾਲ ਤੁਹਾਡਾ ਸੰਬੰਧ ਟੁੱਟਾ ਉਦੋਂ ਆਉਣਾ। ਇਸ ਕਰਕੇ ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਉਸ ਰਸ ਦੀ, ਕਿਉਂਕਿ ਸਰੀਰ ਦੇ ਜਿੰਨੇ ਵੀ ਰਸ ਉਹਨਾਂ ਦੀ ਤੁਲਨਾ ਕਰ ਸਕਦੇ ਤੁਸੀਂ। ਜਿਹੜਾ ਵੀ ਸਵਾਦ ਲਿਆ ਨਾ ਉਹਦੀ ਤੁਲਨਾ ਕਰ ਸਕਦੇ ਵੀ ਇਹੋ ਜਿਹਾ ਸਵਾਦ ਆਇਆ, ਮੈਂ ਇਹੋ ਜਿਹਾ ਖਾਧਾ ਸੀ, ਇਹ ਜਾਂ ਇਹਦੇ ਨਾਲੋਂ ਜ਼ਿਆਦਾ ਸੀ। ਇਹ ਸਰੀਰ ਦਾ ਰਸ ਥੋੜ੍ਹੀ, ਸਰੀਰ ਦੇ ਰਸ ਛੱਡਣੇ ਆ। ਇਹ ਰਸ ਆ ਛੋੜ ਤਾਂ ਉਹ ਰਸ ਆਵ। ਜੀਭ ਦੇ ਰਸ, ਇੰਦਰੀਆਂ ਦੇ ਰਸ, ਤੇ ਇੰਦਰੀਆਂ ਦੇ ਰਸ ਕਦੀ ਤ੍ਰਿਪਤ ਨਹੀਂ ਕਰ ਪਾਉਂਦੇ। ਕਿਸੇ ਵੀ ਇੰਦਰੀ ਦਾ ਰਸ ਹੋਵੇ, ਤੁਸੀਂ ਇੱਕ ਵਾਰ ਲਓਗੇ ਤੇ ਮਨ ਕਹੇਗਾ ਹੋਰ ਹੋਰ ਵਧੀਆ, ਹੋਰ ਚੰਗਾ ਰਸ ਮਿਲ ਸਕਦਾ, ਇਹਦੇ 'ਚ ਹੋਰ ਮਿਲ ਸਕਦਾ, ਹੋਰ ਮਿਲ ਸਕਦਾ। ਮਨ ਗਾਂਹ ਤੋਂ ਗਾਂਹ ਚੱਲਦਾ ਹੀ ਰਹਿੰਦਾ। ਤੇ ਰਸ ਜਿਹੜੇ ਹਨ ਬਾਹਰ, ਇੰਦਰੀਆਂ ਦੇ ਰਸ, ਤਦੇ ਕਿਹਾ ਨਾ ਵੀ ਇੰਦਰੀਆਂ ਨੂੰ ਸੰਕੋਚ ਲਓ, ਹੈ ਨਾ, 9 ਇੰਦਰੀਆਂ।
ਇਹ ਦਰਵਾਜ਼ੇ ਜਿਹੜੇ 9 ਬੰਦ ਕਰ ਲਓ। 9 ਦਰਵਾਜ਼ੇ ਠਾਕਰ ਆਏ, 10ਵੇਂ ਨਿਜ ਘਰ ਵਾਸਾ ਪਾਏਂਦਾ। 9 ਦਰ ਹੈ ਨਾ, ਇਹ ਦਰਵਾਜ਼ੇ 9। ਇਹਦਾ ਭਾਵ ਕਿ ਇਹਨਾਂ ਦੀ ਵਾਸ਼ਨਾ ਛੱਡ ਦਿਓ ਅਤੇ ਬੰਦ ਹੋ ਗਈ। ਸਿਰਫ ਬੰਦ ਕਰਨ ਨਾਲ ਬੰਦ ਥੋੜ੍ਹੀ ਹੋਣੀ। ਹੁਣ ਕੋਈ ਅੱਖਾਂ ਬੰਦ ਕਰਕੇ ਬੈਠ ਗਿਆ ਅਤੇ ਅੰਦਰ ਸੋਚ ਰਿਹਾ ਹੈ ਬਾਹਰ ਬਾਰੇ, ਅਤੇ ਉਹ ਬੰਦ ਥੋੜ੍ਹੀ ਹੋਈਆਂ ਅੱਖਾਂ। ਅੱਖਾਂ ਤਾਂ ਉਦੋਂ ਬੰਦ ਹੋਣਗੀਆਂ ਨਾ ਜਿਵੇਂ ਭੀਖਣ ਜਿਹੜੇ ਕਹੇ ਨਾ ਭੀਖਣ ਦੋਏ ਨੈਣ ਸੰਤੋਖੇ, ਚਾਹੇ ਦੇਖਾਂ, ਉਹ ਬੰਦ ਹੋ ਗਈਆਂ। ਭਾਵੇਂ ਉਹ ਖੁੱਲ੍ਹੀਆਂ ਵੀ ਆ ਤਾਂ ਵੀ ਬੰਦ ਹੋ ਗਈਆਂ, ਕਿਉਂਕਿ ਅੰਦਰ ਵਾਸ਼ਨਾ ਨਹੀਂ ਹੈ। ਇਸ ਕਾਰਨ ਜਿਹੜਾ ਮਨੁੱਖ ਅੰਦਰੋਂ ਵਾਸ਼ਨਾ ਰਹਿਤ ਹੋ ਜਾਂਦਾ ਹੈ ਨਾ, ਜਿਹੜਾ ਮਨੁੱਖ ਵਾਸ਼ਨਾ ਰਹਿਤ ਹੋ ਜਾਂਦਾ ਹੈ, ਉਹ ਅੱਖਾਂ ਖੁੱਲ੍ਹੀਆਂ ਰੱਖੇ ਤਾਂ ਵੀ ਧਿਆਨ 'ਚ ਹੁੰਦਾ। ਉਹ ਬਾਹਰ ਕੰਨ ਖੁੱਲ੍ਹੇ ਰੱਖੇ ਤਾਂ ਵੀ ਧਿਆਨ 'ਚ ਰਹਿੰਦਾ, ਕਿਉਂਕਿ ਵਾਸ਼ਨਾ ਨਹੀਂ ਉਹਨੂੰ ਸੁਣਨ ਦੀ। ਉਹ ਬੋਲ ਰਿਹਾ ਹੋਵੇ ਤਾਂ ਵੀ ਧਿਆਨ 'ਚ ਰਹਿ ਸਕਦਾ, ਕਿਉਂਕਿ ਵਾਸ਼ਨਾ ਨਹੀਂ ਹੈ। ਜਿਹਨੂੰ ਵਾਸ਼ਨਾ ਨਹੀਂ ਹੈ ਉਹ ਧਿਆਨ 'ਚ ਆਪਣੇ ਆਪ ਹੀ ਹੁੰਦਾ ਹੈ, ਜਿਹਨੂੰ ਤ੍ਰਿਸ਼ਨਾ ਨਹੀਂ। ਪਰ ਬਾਹਰੀ ਇੰਦਰੀਆਂ ਨੂੰ ਬੰਦ ਕਰਕੇ ਥੋੜ੍ਹੀ ਅੰਦਰ ਤੁਹਾਡਾ ਧਿਆਨ ਚਲੇ ਜਾਵੇਗਾ। ਵਾਸ਼ਨਾ ਛੱਡੋ, ਚਾਹ ਛੱਡੋ, ਪਰ ਇਹ ਕਰਨਾ ਬੜਾ ਔਖਾ। ਸੰਬੰਧ ਛੱਡਣੇ ਔਖੇ ਹਨ, ਮੋਹ ਛੱਡਣਾ ਔਖਾ ਹੈ। ਮੋਹ ਤੋਂ ਤ੍ਰਿਸ਼ਨਾ ਪੈਦਾ ਹੋ ਰਹੀ ਹੈ, ਜ਼ਿਆਦਾ ਮੋਹ ਤੋਂ ਪੈਦਾ ਹੁੰਦੀ ਹੈ। ਇੱਕ ਤਾਂ ਹੈ ਨਾ ਤੁਹਾਡੇ ਆਪਣੇ ਪਰਿਵਾਰ ਨਾਲ ਮੋਹ, ਬੱਚਿਆਂ ਨਾਲ, ਇੱਕ ਆਪਣੇ ਸਰੀਰ ਨਾਲ ਮੋਹ ਹੈ। ਬਾਹਰੀ ਮੋਹ ਨਹੀਂ ਛੁੱਟਦਾ ਹੈ, ਅਤੇ ਤ੍ਰਿਸ਼ਨਾ ਤਾਂ ਬਾਹਰੀ ਮੋਹ ਦਾ ਕਰਕੇ ਚੱਲਦੀ ਹੈ ਨਾ। ਜਿੰਨਾ ਮੋਹ ਜ਼ਿਆਦਾ ਉਨੀ ਤ੍ਰਿਸ਼ਨਾ। ਕਈ ਕਹਿਣਗੇ ਵੀ ਸਾਨੂੰ ਕਰਨਾ ਪੈਂਦਾ ਹੈ ਜੀ, ਕੀ ਕਰੀਏ ਬੱਚਿਆਂ ਵਾਸਤੇ। ਬੱਚਿਆਂ ਵਾਸਤੇ ਲੋਕ ਹੇਰਾ ਫੇਰੀ ਵੀ ਕਰਦੇ, ਠੱਗੀ ਵੀ ਕਰਦੇ, ਰਿਸ਼ਵਤ ਵੀ ਲੈਂਦੇ, ਭੱਜੇ ਫਿਰਦੇ ਦਿਨ ਰਾਤ। ਦਿਨ ਰਾਤ ਦੌੜ ਲੱਗੀ ਹੋਈ, ਕਾਹਦੇ ਕਰਕੇ? ਉਹ ਮੋਹ ਦਾ ਕਰਕੇ। ਮੋਹ ਦੇ ਕਾਰਨ ਤ੍ਰਿਸ਼ਨਾ ਪੈਦਾ ਹੋ ਰਹੀ। ਕਿੰਨੀ ਦੌੜ ਹੈ, ਤੇ ਤ੍ਰਿਸ਼ਨਾ ਦੇ ਕਾਰਨ ਹੀ ਹੈ ਨਾ, ਮੋਹ ਦਾ ਕਰਕੇ। ਮੋਹ ਛੱਡਣਾ ਬਹੁਤ ਔਖਾ ਹੈ। ਅੱਜ ਸਵੇਰੇ ਹੀ ਇੱਕ ਨਾ ਸ਼ਬਦ ਮੈਂ ਸੁਣਿਆ, ਤੋ ਸ਼ਬਦ ਦੀ ਪਹਿਲੀ ਪੰਕਤੀ ਸੀ, ਵੀ ਇਹ ਜਿਹੜਾ ਮਨੁੱਖ ਹੈ ਇਹ ਸੰਸਾਰ ਦੇ ਵਿੱਚ ਕਿੱਦਾਂ ਭਟਕ ਰਿਹਾ ਹੈ। ਬਿਨ ਨਾਮੇ ਜਗ ਕਮਲਾ ਫਿਰੇ, ਕਮਲਾ ਹੋਇਆ ਫਿਰ ਰਿਹਾ, ਕਮਲਾ। ਅੱਗੇ ਕਹਿੰਦੇ ਗੁਰਮੁਖ ਨਦਰੀ ਆਇਆ। ਸਾਰਿਆਂ ਨੂੰ ਨਜ਼ਰ ਹੀ ਨਹੀਂ ਆਉਂਦਾ ਹੈ ਵੀ ਜਗ ਕਮਲਾ ਹੈ। ਆਪਾਂ ਦਾਦੀਆਂ ਨੂੰ ਤਾਂ ਸਮਝਦਾਰੀ ਲੱਗਦੇ ਹਨ ਨਾ, ਜਿਹੜਾ ਜਿੰਨਾ ਜ਼ਿਆਦਾ ਦੌੜਦਾ ਹੈ ਉਹਨਾਂ ਸਮਝਦਾਰ ਲੱਗਦਾ ਹੈ। ਦੇਖੋ ਧਾਰਮਿਕ ਲੋਕ ਵੀ ਨਾ ਤਰੱਕੀ ਕਰਦੇ ਵੇ ਨਾ, ਕੋਈ ਧਾਰਮਿਕ ਤਾਂ ਉਹਦੀ ਉਸਤਤ ਕਰਦੇ ਨਾ। ਦੇਖੋ ਬੜੀ ਗੁਰੂ ਦੀ ਕਿਰਪਾ ਹੋ ਗਈ, ਕਿੰਨੀ ਤਰੱਕੀ ਕੀਤੀ ਇਹਨੇ। ਵਿਦੇਸ਼ਾਂ ਦੇ ਵਿੱਚ ਕਈ ਕਹਿ ਦਿੰਦੇ ਇੱਧਰ ਆਣ ਕੇ ਦੇਖੋ ਕਿੰਨੀ ਤਰੱਕੀ ਕੀਤੀ, ਕਿੰਨਾ ਕੁਛ ਬਣਾ ਲਿਆ। ਤੁਹਾਨੂੰ ਬੜਾ ਉਸਤਤ ਕਰਦੇ ਉਹਦੀ, ਧਾਰਮਿਕ ਲੋਕ ਵੀ। ਤਾਂ ਉਹਨਾਂ ਨੂੰ ਪਤਾ ਥੋੜ੍ਹੀ ਹੈ ਵੀ ਇਹ ਕਮਲਪੁਣਾ ਹੈ ਜਿਹੜਾ ਕਰ ਰਿਹਾ, ਇਹ ਕਮਲਿਆਂ ਦਾ ਕੰਮ ਹੈ ਜਿਹੜੀ ਦੌੜ ਦੇ ਵਿੱਚ ਪਿਆ ਹੈ। ਕੋਈ ਕਹਿ ਥੋੜ੍ਹੀ ਰਿਹਾ, ਨਜ਼ਰ ਹੀ ਨਹੀਂ ਆ ਰਿਹਾ ਕਿਸੇ ਨੂੰ। ਲੋਕ ਭੱਜੇ ਫਿਰਦੇ, ਨਜ਼ਰ ਥੋੜ੍ਹੀ ਆ ਰਿਹਾ ਕਿ ਵੀ ਕੀ ਕਿਵੇਂ ਭੱਜੇ ਫਿਰਦੇ। ਵਾਸ਼ਨਾ ਭਜਾ ਰਹੀ, ਤ੍ਰਿਸ਼ਨਾ ਭਜਾ ਰਹੀ, ਕਾਮਨਾ ਭਜਾ ਰਹੀ, ਦੌੜ ਜਾ ਰਹੀ ਹੈ, ਤੇ ਜਾਰੀ ਰਹੇਗੀ ਜਿੰਨਾ ਚਿਰ ਵਾਸ਼ਨਾ ਨਹੀਂ ਬੰਦਾ ਛੱਡਦਾ, ਤ੍ਰਿਸ਼ਨਾ ਨਹੀਂ ਛੱਡਦਾ। ਇਸੇ ਕਾਰਨ ਇਹ ਮਾਰਗ ਔਖਾ ਹੈ। ਫਿਰ ਮੈਂ ਕਹਿ ਦਿੰਦਾ ਨਾਮ ਜਪਣਾ ਔਖਾ ਨਹੀਂ, ਧਿਆਨ ਕਰਨਾ ਔਖਾ ਨਹੀਂ, ਪਰ ਔਖਾ ਇਸ ਕਾਰਨ ਹੈ ਵੀ ਤ੍ਰਿਸ਼ਨਾ ਨਹੀਂ ਛੁੱਟਦੀ ਸੰਸਾਰ ਦੀ। ਸੰਸਾਰ ਵੱਲੋਂ ਮਰਨਾ ਕੋਈ ਕਬੂਲ ਨਹੀਂ ਕਰਦਾ, ਮਰਨਾ ਸੰਸਾਰ ਵੱਲੋਂ ਹੀ ਹੈ। ਤ੍ਰਿਸ਼ਨਾ ਛੱਡੋ ਤੇ ਮਰਨਾ ਕਬੂਲ ਹੋ ਗਿਆ ਵੀ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਕੁਛ ਨਹੀਂ ਬਣਨਾ ਹੈ, ਕੁਛ ਨਹੀਂ ਹੋਣਾ ਹੈ, ਫਿਰ ਮਰਨਾ ਕਬੂਲ ਹੋ ਗਿਆ ਨਾ।
ਫਿਰ ਸਮੱਸਿਆ ਕਿੱਥੇ ਰਹਿ ਗਈ ਵੀ ਮੈਨੂੰ ਕੁਝ ਚਾਹੀਦਾ ਹੀ ਨਹੀਂ, ਕੁਛ ਨਹੀਂ ਬਣਨਾ ਹੈ, ਕੁਛ ਨਹੀਂ ਹੋਣਾ ਹੈ, ਸੰਸਾਰ 'ਚ ਵੀ ਕੁਝ ਨਹੀਂ ਚਾਹੀਦਾ ਮੈਨੂੰ। ਜਿਵੇਂ 5 ਪਿਆਰੇ ਆਏ ਸੀ, ਉਹਨਾਂ ਨੇ ਮਰਨਾ ਕਬੂਲ ਕੀਤਾ ਸੀ, ਤੇ ਉਹਨਾਂ ਨੇ ਕੀ ਕਿਹਾ ਹੋਵੇਗਾ? ਇਹੋ ਕਿਹਾ ਹੋਵੇਗਾ ਨਾ ਵੀ ਸਾਨੂੰ ਕੁਛ ਨਹੀਂ ਚਾਹੀਦਾ, ਤਾਂ ਹੀ ਉਹਨਾਂ ਸਿਰ ਰੱਖੇ ਨੇ ਕਦਮਾਂ ਦੇ ਵਿੱਚ, ਹੁਣ ਸਾਨੂੰ ਮਿਟਾ ਦਿਓ ਤੁਸੀਂ, ਅਸੀਂ ਮਿਟਣ ਵਾਸਤੇ ਤਿਆਰ। ਹੁਣ ਜਿਹੜਾ ਕੋਈ ਮਿਟਣ ਵਾਸਤੇ ਤਿਆਰ ਹੋਊ ਉਹਨੂੰ ਮਿਟਾਇਆ ਜਾਊਗਾ। ਮਿਟਣ ਵਾਸਤੇ ਕੋਈ ਤਿਆਰ ਹੋਊਗਾ, ਮੈਂ ਕੁਛ ਨਹੀਂ ਬਣਨਾ, ਕੁਛ ਨਹੀਂ ਹੋਣਾ, ਕੁਛ ਨਹੀਂ ਚਾਹੀਦਾ ਮੈਨੂੰ, ਉਹਦੀ ਚਾਹਤ ਹੀ ਮਿਟਾਈ ਜਾਂਦੀ। ਤੇ ਮਿਟਣਾ ਹੈ ਤੇ ਬੜਾ ਕਠਿਨ ਹੈ। ਬਹੁਤਿਆਂ ਨੂੰ ਇਹ ਗੱਲ ਸਮਝ ਵਿੱਚ ਆਉਂਦੀ ਨਹੀਂ ਹੈ, ਧਾਰਮਿਕ ਲੋਕਾਂ ਨੂੰ ਵੀ ਨਹੀਂ ਆਉਂਦੀ। ਮੈਂ ਅਕਸਰ ਦੇਖਿਆ ਹੈ, ਬਹੁਤ ਨਾਮ ਜਪਦੇ ਹਨ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਨਾਮ ਜਪਦੇ ਹਨ, ਥਾਂ ਥਾਂ 'ਤੇ ਨਾਮ ਜਪਾਉਣ ਵਾਲੇ ਹਨ, ਵਾਹਿਗੁਰੂ ਵਾਹਿਗੁਰੂ ਬਹੁਤ ਰਟਨ ਕਰਦੇ ਹਨ। ਪਰ ਦੂਸਰਾ ਗੱਲ ਕੋਈ ਨਹੀਂ ਕਹਿੰਦਾ ਹੈ ਵੀ ਇਹ ਵਾਸ਼ਨਾ ਛੱਡੋ, ਤ੍ਰਿਸ਼ਨਾ ਛੱਡੋ, ਕਾਮਨਾ ਛੱਡੋ, ਮੋਹ ਮਾਇਆ ਛੱਡੋ। ਜਿੰਨਾ ਚਿਰ ਮੋਹ ਮਾਇਆ ਨਹੀਂ ਛੱਡਦੇ ਹੈ, ਨਿਰਲੇਪ ਨਹੀਂ ਹੋ ਸਕਦੇ। ਮੋਹ ਮਾਇਆ ਕੇ ਸੰਗ ਲਿਪਤ, ਤੁਸੀਂ ਲਿਪਤ ਹੋ ਮੋਹ ਮਾਇਆ ਦੇ ਨਾਲ। ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮਹਿ ਰਾਖੇ ਹਰ ਹਰਿ। ਹੁਣ ਤੇ ਜੇ ਲਿਪਤ ਨਾ ਹੋਗੇ ਤੇ ਹਰ ਹਰ ਤੇ ਆਪੇ ਹੀ ਆਏਗਾ। ਝੂਠ ਵੱਲੋਂ ਤੁਸੀਂ ਲਿਪਤ ਨਾ ਹੋ ਤਾਂ ਸੱਚ ਦੇ ਕੋਲ ਤੁਸੀਂ ਆ ਜਾਂਦੇ। ਤੇ ਜਿੰਨਾ ਚਿਰ ਤੁਸੀਂ ਲਿਪਤ ਹੋ ਉਹਨਾਂ ਚਿਰ ਸੱਚ ਦੇ ਕੋਲ ਭਾਵੇਂ ਵਾਹਿਗੁਰੂ ਵਾਹਿਗੁਰੂ ਰੋਜ਼ ਹੀ ਕਰੀ ਜਾ। ਹੁਣ ਵਾਹਿਗੁਰੂ ਕਹਿਣ ਨਾਲ ਥੋੜ੍ਹੀ ਵਾਹਿਗੁਰੂ ਹੋ ਜਾਣਾ। ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜੱਗ ਫੇਰੇ, ਰਾਮ ਨਾ ਪਾਇਆ ਜਾਵੇ, ਕਰੀ ਜਾਵੇ ਰਾਮ 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 ਰਾਮ। ਰਾਮ ਰਾਮ ਕਰਦਾ ਹੋਇਆ ਵੀ ਦੇਖਦਾ ਵੀ ਕੌਣ ਕਿੰਨੇ ਦੇ ਗਿਆ, ਕੀ ਚੜਾ ਗਿਆ। ਤੋ ਰਾਮ ਰਾਮ ਥੋੜ੍ਹੀ ਹੋ ਰਿਹਾ, ਉਹ ਤੇ ਲਿਪਤ ਹੈ ਸੰਸਾਰ ਦੇ ਨਾਲ। ਸੰਸਾਰ ਚਾਹੀਦਾ ਹੈ ਉਹਨੂੰ, ਸੰਸਾਰ ਦੀ ਚਾਹ ਹੈ। ਤੇ ਜਿੰਨਾ ਚਿਰ ਸੰਸਾਰ ਦੀ ਚਾਹ ਨਹੀਂ ਨਾ ਛੁੱਟਦੀ ਹੈ, ਮੈਂ ਅਕਸਰ ਕਹਿੰਦਾ ਹੁੰਦਾ, ਜਿੰਨਾ ਚਿਰ ਵੈਰਾਗ ਪੈਦਾ ਨਹੀਂ ਹੁੰਦਾ ਹੈ। ਜੋ ਪ੍ਰਾਣੀ ਮਾਇਆ ਮਮਤਾ ਤਜੇ, ਲਿਓ ਭੇਖ ਪੈ ਰਾਗ, ਕਹੋ ਨਾਨਕ ਸੁਨ ਰੇ ਮਨ ਤਿਹ ਨਰ ਮਾਥੇ ਪਾਰ। ਉਹਦੇ ਬਹੁਤ ਵੱਡੇ ਭਾਗ ਹਨ ਜਿਹਨੂੰ ਵੈਰਾਗ ਹੋ ਜਾਵੇ ਮਾਇਆ ਮਮਤਾ ਵੱਲ। ਜੋ ਪ੍ਰਾਣੀ ਮਾਇਆ ਮਮਤਾ ਤਜੇ, ਦੇਖੋ ਸਾਫ਼ ਲਿਖਿਆ ਹੈ, ਇੱਥੇ ਤੇ ਅਰਥ ਵੀ ਸਾਫ਼ ਹੋ ਰਿਹਾ ਹੈ, ਇਹ ਨਹੀਂ ਵੀ ਕਰਨੇ ਪੈ ਰਹੇ। ਮਾਇਆ ਮਮਤਾ ਤਜੇ, ਮਮਤਾ ਮੇਰੇ, ਆਪਣੇ, ਮੇਰਾ, ਮੇਰੀ, मेरा कुछ भी नहीं। जब अपनी पर की मिट गई, जत देखूं तत तू, मेरे तेरी। तो कहते ਉਹਦੇ ਵੱਡੇ ਭਾਗ ਹਨ ਜਿਹੜਾ ਮਾਇਆ ਮਮਤਾ ਤਜੇ, ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨ ਤਿਹ ਨਰ ਮਾਥੇ। ਉਹਦੇ ਬਹੁਤ ਵੱਡੇ ਭਾਗ ਹਨ ਜਿਹਦੇ ਅੰਦਰ ਬੈਰਾਗ ਪੈਦਾ ਹੋ ਗਿਆ। ਇਹ ਮਾਇਆ ਮਮਤਾ ਕੁਝ ਵੀ ਨਹੀਂ, ਜਿਹੜਾ ਛੱਡਣ ਨੂੰ ਤਿਆਰ ਹੋ ਗਿਆ। ਮੋਹ ਮਾਇਆ ਤੋਂ ਨਿਰਲੇਪ ਹੋਣਾ ਸ਼ੁਰੂ ਹੋ ਗਿਆ। ਪਰ ਮੋਹ ਮਾਇਆ ਤੋਂ ਨਿਰਲੇਪ ਹੋਣਾ ਬਹੁਤ ਕਠਿਨ ਹੈ। ਗੁਰੂ ਨਾਨਕ ਦੇਵ ਜੀ ਨੇ ਦੇਖੋ ਖੇਤੀ ਕੀਤੀ, ਉਹ ਖੇਤੀ ਕਰਦਿਆਂ ਦੀ ਫੋਟੋ ਵੀ ਆ, ਪਤਾ ਨਹੀਂ ਕਿੰਨੇ ਖਿੱਚੀ ਹੋਊਗੀ। ਉਸ ਸਮੇਂ ਤੇ ਕੈਮਰੇ ਨਹੀਂ ਸੀ, ਹਨ। ਪਰ ਉਹ ਜਿਸ ਢੰਗ ਨਾਲ ਨਿਰਲੇਪ ਸੀ, ਉਸ ਢੰਗ ਨਾਲ ਤੁਸੀਂ ਨਿਰਲੇਪ ਥੋੜ੍ਹੀ। ਦੇਖੋ ਜਿਹੜੀ ਉਮਰ ਕਮਾਉਣ ਦੀ ਸੀ, ਹੈ ਨਾ, ਜਵਾਨੀ ਦੀ ਉਮਰ, ਉਸ ਵੇਲੇ ਉਹ ਘਰ ਛੱਡ ਕੇ ਚਲੇ ਜਾਂਦੇ। ਜਿਹੜੇ ਸਮੇਂ ਤੁਸੀਂ ਬੱਚਿਆਂ 'ਤੇ ਜ਼ਿਆਦਾ ਕੇਅਰ ਕਰਨੀ, ਛੋਟੇ ਛੋਟੇ ਬੱਚੇ, ਮਾਤਾ ਪਿਤਾ ਉਸ ਸਮੇਂ ਜ਼ਿਆਦਾ ਸੋਚਦੇ ਬੱਚਿਆਂ ਵੱਲ। ਕਈ ਤਾਂ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਦੀ ਖਾਤਰ ਆਪ ਦੂਸਰੇ ਸ਼ਹਿਰ 'ਚ ਚਲੇ ਜਾਂਦੇ, ਬਹੁਤ ਕੁਛ ਕਰਦੇ ਬੱਚਿਆਂ ਦੀ ਖਾਤਰ। ਤੇ ਜਿਹੜੀ ਕਮਾਉਣ ਦੀ ਸੀ, ਕਹਿੰਦੇ ਨੇ ਜਵਾਨੀ ਕਮਾਉਣ ਵਾਸਤੇ, ਤੇ ਉਹ ਉਮਰ ਤੇ ਉਹ ਛੱਡ ਕੇ ਬਾਹਰ ਚਲੇ ਗਏ।
ਤੇ ਉਹ ਸਮੇਂ ਆਏ ਜਦੋਂ ਲੋੜ ਹੀ ਨਹੀਂ ਸੀ ਬੱਚਿਆਂ ਨੂੰ ਸਿਖਾਉਣ ਦੀ, ਪੜ੍ਹਾਉਣ ਦੀ, ਜਵਾਨ ਹੋ ਗਏ। ਤਾਂ ਉਦੋਂ ਉਹਨਾਂ ਨੇ ਆਣ ਕੇ ਥੋੜ੍ਹੀ ਵੀ ਕਿਰਤ ਕਰ ਲਈ ਸੀ। ਕਿਰਤ ਤੇ ਪਹਿਲਾਂ ਹੋ ਸਕਦੀ ਸੀ। ਹਾਂ, ਉਸ ਸਮੇਂ ਕਰਤਾਰਪੁਰ ਸਿੱਖ ਸੰਗਤਾਂ ਆਉਂਦੀਆਂ ਹੋਣਗੀਆਂ, ਉਹਨਾਂ ਨੂੰ ਕਹਿੰਦੇ ਹੋਣਗੇ ਵੀ ਕੁਛ ਨਾ ਕੁਛ ਕਰੋ ਭੋਜਨ ਵਾਸਤੇ, ਕਿਉਂਕਿ ਭੋਜਨ ਉਸ ਸਮੇਂ ਬਹੁਤ ਘੱਟ ਹੁੰਦਾ ਸੀ, ਮਾਰੂ ਫਸਲਾਂ ਹੁੰਦੀਆਂ ਸੀ। ਅਤੇ ਜਿਹੜੀ ਸਿੱਖ ਸੰਗਤ ਆਉਂਦੀ ਸੀ ਲੰਗਰ ਛਕਣਾ ਹੀ ਸੀ ਸਾਰਿਆਂ ਨੇ। ਕੁਛ ਪੈਦਾਵਾਰ ਕਰੋ ਕਹਿੰਦੇ ਹੋਣਗੇ, ਸੇਵਾ ਚਲਾਉਂਦੇ ਹੋਣਗੇ ਸਾਰਿਆਂ। ਪਰ ਪ੍ਰਮਾਣ ਉਹਨਾਂ ਦਾ ਦੇ ਦਿੰਦੇ ਕਿ ਕੋਈ ਆਪ ਮੋਹ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਮੈਂ ਅਕਸਰ ਦੇਖਿਆ ਜਿਹੜੇ ਨਹੀਂ ਛੱਡਣਾ ਚਾਹੁੰਦੇ ਹਨ ਨਾ, ਉਹ ਇਹ ਗੱਲ ਕਹਿਣਗੇ। ਉਹ ਕਹਿਣਗੇ ਤੁਸੀਂ ਗੱਲ ਉਲਟੀ ਕਹਿ ਰਹੇ, ਤੁਸੀਂ ਤਿਆਗ ਦੀ ਗੱਲ ਕਹਿ ਰਹੇ। ਬਾਬੇ ਨਾਨਕ ਨੇ ਤਿਆਗ ਦੀ ਗੱਲ ਥੋੜ੍ਹੀ ਕੀਤੀ। ਤਿਆਗ ਦੀ ਗੱਲ ਸ਼ੁਰੂ ਤੋਂ ਹੀ ਕੀਤੀ ਬਾਬੇ ਨਾਨਕ ਨੇ, ਵਾਰ-ਵਾਰ ਤਿਆਗ ਦੀ ਗੱਲ ਕੀਤੀ ਕਿ ਕੂੜੇ ਟੁੱਟੇ ਪਾਲੇ ਕੀ ਹੈ, ਇਹ ਤਿਆਗ ਹੀ ਹੈ। ਵੀ ਕੂੜ ਦੀ ਪਾਲ, ਇਹ ਸੰਸਾਰ ਕੂੜ ਹੈ, ਕੂੜ ਵੱਲੋਂ ਧਿਆਨ ਕਿਵੇਂ ਹਟੇ। ਇਹ ਕੰਧ ਜਿਹੜੀ ਕੂੜ ਦੀ ਹੈ, ਵਿਚਾਰਧਾਰਾ ਮੇਰੇ ਅੰਦਰ ਕੂੜ ਦੀ ਚੱਲ ਰਹੀ ਹੈ, ਕਿਵੇਂ ਟੁੱਟੇ। ਤਿਆਗ ਤੋਂ ਟੁੱਟੂਗੀ ਨਾ। ਪਰ ਤਿਆਗ ਇਹ ਵੀ ਜ਼ਰੂਰੀ ਨਹੀਂ ਆ ਵੀ ਸਭ ਕੁਝ ਛੱਡ ਕੇ ਹੀ ਹੋ ਸਕਦਾ ਹੈ, ਵਿੱਚ ਵੀ ਹੋ ਸਕਦਾ, ਪਰ ਕਰਨਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਇਸੇ ਕਾਰਨ ਹੀ ਪ੍ਰਮਾਤਮਾ ਵੱਲ ਜਾਣਾ ਕਠਿਨ ਹੈ, ਕਿਉਂਕਿ ਮਿਟਣਾ ਕਠਿਨ ਹੈ ਸੰਸਾਰ ਵੱਲ, ਸੰਸਾਰ ਵੱਲੋਂ ਹੋਣਾ ਕਠਿਨ ਹੈ। ਸੰਸਾਰ ਦੀਆਂ ਚਾਹਾਂ ਛੱਡਣੀਆਂ ਕਠਿਨ ਹੈ, ਵਾਸ਼ਨਾਵਾਂ ਛੱਡਣੀਆਂ, ਚਾਹਤਾਂ ਛੱਡਣੀਆਂ ਬਹੁਤ ਕਠਿਨ ਹੈ। ਨਾਮ ਜਪਣਾ ਸਿਖਾਲਾ ਹੈ। ਪਿੱਛੇ ਜਿਹੀ ਇੱਕ ਗੁਰਮੁਖ ਪਿਆਰਾ ਕਹਿੰਦਾ ਤੁਸੀਂ ਅਗਰ ਧਿਆਨ ਕਰਵਾਉਂਦੇ ਹੁੰਦੇ ਨਾ, ਜਿਸ ਤਰ੍ਹਾਂ ਕਈ ਸਾਧੂ ਮਹਾਤਮਾ ਕਰਾਉਂਦੇ ਆ, ਵਿਧੀਆਂ ਦੱਸਦੇ ਪਈ ਇੱਦਾਂ ਸੁਰਤ ਲਾਓ, ਇੱਦਾਂ ਧਿਆਨ ਲਾਓ, ਅਤੇ ਬਹੁਤ ਲੋਕਾਂ ਨੇ ਆਉਣਾ ਹੈ, ਕਿਉਂਕਿ ਬਹੁਤ ਲੋਕ ਧਿਆਨ ਕਰਨਾ ਚਾਹੁੰਦੇ ਆ, ਬਹੁਤ ਚਾਹੁੰਦੇ ਆ ਧਿਆਨ ਕਰਨਾ, ਹੈ ਨਾ। ਵੀ ਧਿਆਨ ਦੀ ਕੋਈ ਵਿਧੀ ਦੱਸੋ, ਨਾਮ ਕਿਵੇਂ ਜਪੀਏ ਦੱਸੋ। ਮੈਂ ਕਿਹਾ ਮੈਂ ਉਲਟਾ ਕੰਮ ਕਹਿ ਰਿਹਾ। ਮੈਂ ਕਹਿੰਦਾ ਤੁਸੀਂ ਮਿਟਣਾ ਕਬੂਲ ਕਰੋ। ਤਾਂ ਹੀ ਸਾਧਨਾ ਹੋਵੇਗੀ। ਮੈਂ ਮਿਟਣ ਦੀ ਵਿਧੀ ਦੱਸਦਾ। ਤੁਸੀਂ ਪੁੱਛ ਰਹੇ ਹੋ ਕੁਛ ਹੋਣ ਦੀ ਵਿਧੀ, ਕੋਈ ਸਾਧੂ ਮਹਾਤਮਾ ਬਣ ਜਾਈਏ, ਕੋਈ ਵਿਧੀ ਦੱਸੋ, ਹੈ ਨਾ। ਕਈ ਕਹਿੰਦੇ ਵੀ ਇਹੋ ਜਿਹੀ ਵਿਧੀ ਦਾ ਪਤਾ ਲੱਗ ਜਾਵੇ ਨਾ, ਦੂਸਰੇ ਦੇ ਮਨ ਦੀਆਂ ਗੱਲਾਂ ਬੁੱਝ ਲਈਏ, ਪਤਾ ਲੱਗ ਜਾਵੇ, ਹੈ ਨਾ। ਕੁਛ ਕਲਾਮਾਤ ਹੱਥ ਦੇ ਵਿੱਚ ਆ ਜਾਵੇ, ਚਮਤਕਾਰ, ਕਈ ਬਾਬੇ ਚਮਤਕਾਰ ਵੀ ਕਰਦੇ ਹਨ, ਚਮਤਕਾਰੀ ਹੋ ਜਾਈ। ਮੈਂ ਕਿਹਾ ਤੁਸੀਂ ਸਾਧਨਾ ਬਾਰੇ ਪੁੱਛ ਰਹੇ ਹੋ, ਇੱਧਰ ਦੱਸਿਆ ਜਾ ਰਿਹਾ ਮਿਟਣਾ ਕਿਵੇਂ ਹੈ, ਅਤੇ ਮਿਟਣ ਤੋਂ ਬਿਨਾਂ ਪਰਮਾਤਮਾ ਨਹੀਂ, ਪਰਮਾਤਮਾ ਵੱਲ ਜਾਇਆ ਹੀ ਨਹੀਂ ਜਾ ਸਕਦਾ ਬਿਨਾਂ ਵਾਸ਼ਨਾ ਛੱਡੇ, ਕਿਉਂਕਿ ਵਾਸ਼ਨਾ ਸੰਸਾਰ ਵੱਲ ਹੈ ਜਾ ਰਹੀ ਹੈ ਨਾ, ਅਤੇ ਦੂਸਰੇ ਪਾਸੇ ਧਿਆਨ ਨਹੀਂ ਜਾਏਗਾ। ਵਾਸ਼ਨਾ ਛੱਡਣੀ, ਤ੍ਰਿਸ਼ਨਾ ਛੱਡਣੀ, ਚਾਹ ਛੱਡਣੀ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨ। ਦੇਖੋ ਕਿੰਨਾ ਸਾਫ਼ ਲਿਖਿਆ। ਪਰ ਜਦੋਂ ਮੈਂ ਕਹਿ ਦਿੰਦਾ ਸੰਸਾਰ ਛੱਡਣਾ, ਸੰਸਾਰ ਵੱਲੋਂ ਧਿਆਨ ਹਟਾਉਣਾ, ਕਈ ਨੂੰ ਲੱਗਦਾ ਵੀ ਸੰਸਾਰ ਛੱਡਣਾ, ਕਿਸੇ ਨੇ ਨਹੀਂ ਕਿਹਾ। ਪਰ ਆਹ ਜਿਹੜੀਆਂ ਪੰਗਤੀਆਂ ਇਹ ਵੀ ਉਹੋ ਹੀ ਕਹਿ ਰਹੀਆਂ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਸੰਸਾਰ 'ਚ ਹੀ ਪੈਦਾ ਹੋ ਰਹੇ, ਮੋਹ ਸੰਸਾਰ 'ਚ ਹੀ ਪੈਦਾ ਹੋ ਰਿਹਾ, ਕਾਮਨਾ ਸੰਸਾਰ 'ਚ ਹੀ ਪੈਦਾ ਹੋ ਰਹੀ, ਅਤੇ ਸੰਸਾਰ ਹੀ ਛੱਡਣਾ ਹੋ ਗਿਆ। ਜਿਹਨੇ ਕਾਮ ਛੱਡ ਦਿੱਤਾ ਬਾਕੀ ਕੀ ਰਹਿ ਗਿਆ ਉਹਦਾ? ਸੰਸਾਰ ਛੁੱਟ ਗਿਆ। ਕਾਮਨਾ ਛੁੱਟ ਗਈ ਅਤੇ ਸਭ ਕੁਝ ਛੁੱਟ ਗਿਆ। ਅਤੇ ਬੜਾ ਔਖਾ ਹੈ ਇਹ ਕੰਮ। ਉੱਦਾਂ ਨਾਮ ਜਪਣਾ ਸਿਖਾਲਾ ਹੈ, ਪਰ ਵਾਸ਼ਨਾਵਾਂ ਛੱਡਣੀਆਂ ਬਹੁਤ ਕਠਿਨ ਹੈ। ਇਸ ਕਾਰਨ ਬਹੁਤ ਘੱਟ ਹਨ ਇਹ ਵਾਸ਼ਨਾ ਛੱਡਦੇ ਹਨ। ਨਾਮ ਜਪਣ ਵਾਲੇ ਬਹੁਤ ਹਨ, ਧਿਆਨ ਕਰਨ ਵਾਲੇ ਬਹੁਤ ਹਨ, ਸਾਧਨਾ ਕਰਨ ਵਾਲੇ ਬੇਅੰਤ ਹਨ।
ਪਰ ਆ ਤ੍ਰਿਸ਼ਨਾ ਨਹੀਂ ਛੁੱਟਦੀ ਹੈ ਕਿਸੇ ਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ, ਲੱਖ ਜੋੜੇ ਕਰੋੜ ਤੋੜੇ, ਪਰੇ ਪਰੇ ਹੀ ਕੋ ਲੂਝੀ। ਉਹ ਸਿਰਫ ਇਹ ਪੈਸਿਆਂ ਦੀ ਗੱਲ ਨਹੀਂ ਹੈ, ਇਹ ਹਰ ਇੱਕ ਚੀਜ਼ ਵਾਸਤੇ ਹੀ ਹੈ। ਤੇ ਸੰਸਾਰ ਵੱਲ ਜਾ ਰਿਹਾ ਹੈ ਬੰਦਾ, ਤ੍ਰਿਪਤ ਨਹੀਂ ਹੈ, ਸੰਤੁਸ਼ਟ ਨਹੀਂ। ਦੇਖੋ ਬਾਬੇ ਨਾਨਕ ਨੇ ਧਰਮ ਦੀ ਸ਼ੁਰੂਆਤ ਹੀ ਸੰਤੁਸ਼ਟੀ ਤੋਂ ਕੀਤੀ ਹੈ, ਤੇ ਧਰਮ ਨੂੰ ਸੰਤੁਸ਼ਟੀ ਦਾ ਪੁੱਤਰ ਕਿਹਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਹਿੰਦੇ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ, ਤੇ ਦਇਆ ਕਿਹਦੇ 'ਚ ਆਉਂਦੀ ਹੈ? ਜਿਹੜਾ ਸੰਤੁਸ਼ਟ ਹੈ। ਸੰਤੋਖ ਥਾਪ ਰੱਖਿਆ ਜਿਨ ਸੂਖ, ਕਹਿੰਦੇ ਜਿਹਨੇ ਸੰਤੁਸ਼ਟੀ ਜਿਹੜਾ ਹੈ ਨਾ, ਸੰਤੁਸ਼ਟੀ ਉਹਦੇ ਵਿੱਚ ਸਥਾਪਿਤ ਹੋ ਗਿਆ, ਤ੍ਰਿਪਤ ਹੋ ਗਿਆ ਬਿਲਕੁਲ। ਸੰਤੁਸ਼ਟ ਉਹ ਹੀ ਧਰਮੀ ਹੈ। ਤਦੇ ਕਿ ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਿਰਾਸਾ। ਆਸਾ ਮਨਸਾ ਜਗਤੇ ਰਹੇ ਨਿਰਾਸਾ, ਕਾਮ ਕਰੋ ਜਹ ਪਰਸੇ ਨਾਹਿ, ਤਿਕਟ ਬ੍ਰਹਮ ਨਿਵਾਸ। ਇਹ ਸਾਰਾ ਛੱਡਣਾ ਹੀ ਹੈ ਨਾ, ਤਾਂ ਹੀ ਦੱਸਿਆ ਕਾਮ ਕ੍ਰੋਧ ਜਹ ਪਰਸੇ ਨਾਹਿ। ਜਿਹਨੇ ਆਸਾ ਮਨਸਾ ਛੱਡ ਦਿੱਤੀਆਂ ਉਹਨੂੰ ਕਾਮ ਕ੍ਰੋਧ ਨਹੀਂ ਸਪਰਸ਼ ਕਰਦਾ ਹੈ। ਜਿਹਨੇ ਆਸਾ ਮਨਸਾ ਛੱਡ ਦਿੱਤੀਆਂ ਨਾ ਉਹਨੂੰ ਕਾਮ ਕ੍ਰੋਧ ਨਹੀਂ ਸਪਰਸ਼ ਕਰਦਾ। ਤੇ ਮਨ ਦੀਆਂ ਇੱਛਾ ਕਰਕੇ ਹੀ ਹੈ। ਯਾਤਰਾ ਜਾਰੀ। ਤੇ ਜਿਹੜਾ ਐਸਾ ਕਰੇਗਾ ਉਹਨੂੰ ਸੰਸਾਰ ਦੇ ਵਿੱਚ ਸਤਿਕਾਰ ਨਹੀਂ ਮਿਲਦਾ ਹੈ, ਆਦਰ ਨਹੀਂ ਮਿਲਦਾ ਹੈ। ਹੁਣ ਜਿਹੜਾ ਮਰਨਾ ਹੀ ਕਬੂਲ ਕਰੇਗਾ ਉਹਨੂੰ ਕੀ ਮਿਲੇਗਾ? ਕੋਈ ਖੁਰਾਕ ਨਹੀਂ ਮਿਲਦੀ ਹੈ ਸੰਸਾਰ ਵਿੱਚ। ਇਸ ਕਾਰਨ ਇੱਧਰ ਜਾਂਦਾ ਹੀ ਨਹੀਂ ਹੈ ਕੋਈ। ਜਿੱਥੋਂ ਕੋਈ ਖੁਰਾਕ ਮਿਲਦੀ ਹੋਵੇ, ਲੋਕ ਉਸਤਤ ਕਰਦੇ ਹੋਣ, ਚੰਗਾ ਕਹਿੰਦੇ ਹੋਣ, ਕੋਈ ਨਾਮ ਜਪਾ ਰਿਹਾ ਹੈ, ਨਾਲੇ ਕਹਿ ਰਿਹਾ ਕਿ ਧੀਆਂ ਪੁੱਤਰਾਂ ਦਾ ਖਿਆਲ ਰੱਖੋ, ਬੱਚਿਆਂ ਦਾ ਖਿਆਲ ਰੱਖੋ, ਜੇ ਕਰੋ ਕਾਰੋਬਾਰਾਂ ਦਾ ਖਿਆਲ ਰੱਖੋ, ਕਾਰੋਬਾਰਾਂ ਦੇ ਤਰੱਕੀਆਂ ਹਨ, ਹੋਰ ਜੇ ਉਹ ਸਾਰਾ ਕੁਛ ਉਹ ਕਹਿੰਦੇ ਬਹੁਤ ਵਧੀਆ। ਤੇ ਜਿਹੜਾ ਕਹਿ ਰਿਹਾ ਆਸਾ ਮਨਸਾ ਸਗਲ ਤਿਆਗ, ਜਗਤੇ ਰਹੇ ਨਿਰਾਸ। ਨਿਰਾਸ, ਨਿਰਾਸ ਨੂੰ ਕੋਈ ਚੰਗਾ ਸਮਝੇਗਾ? ਉਦਾਸ ਨੂੰ ਕੋਈ ਨਹੀਂ ਚੰਗਾ ਸਮਝਦਾ ਸੰਸਾਰ। ਤੇ ਬੜਾ ਕਠਿਨ ਸੰਸਾਰ 'ਚ ਰਹਿੰਦੇ ਹਾਂ। ਸੰਸਾਰੀ ਲੋਕ ਸਮਝਾਉਣ ਲੱਗ ਜਾਣਗੇ ਕੀ ਗੱਲ ਹੋਈ, ਉਦਾਸ ਕਿਉਂ ਹੈ, ਕੀ ਪ੍ਰੋਬਲਮ ਹੈ। ਗੁਰਮੁਖ ਉਦਾਸ ਨਹੀਂ ਹੁੰਦੇ, ਫਿਰ ਸਮਝਾਉਣਗੇ। ਚੜ੍ਹਦੀ ਕਲਾ 'ਚ ਰਹਿੰਦੇ ਹਨ, ਚੜ੍ਹਦੀ ਕਲਾ ਦੀ ਅਰਦਾਸ ਕਰਦੇ। ਫਿਰ ਚੜ੍ਹਦੀ ਕਲਾ ਕੀ ਆ? ਸੰਸਾਰ 'ਚ ਤਰੱਕੀਆਂ ਮਿਲ। ਕੋਈ ਤਰੱਕੀ 'ਚ ਕਮੀ ਆ ਗਈ ਤਾਂ ਉਦਾਸ ਹੋਊਗਾ, ਕੋਈ ਕੰਮ 'ਚ ਵਿਘਨ ਪੈ ਗਿਆ ਹੋਊਗਾ ਤਾਂ ਚੜ੍ਹਦੀ ਕਲਾ। ਸੰਸਾਰ ਦੇ ਵਿੱਚ ਚੜ੍ਹਦੀ ਕਲਾ ਹੋ। ਉਹ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਮ, ਜਿਹੜਾ ਨਾਮ ਦੇ ਵਿੱਚ ਹੈ ਉਹ ਚੜ੍ਹਦੀ ਕਲਾ 'ਚ ਹੈ ਹੀ। ਤੇ ਨਾਮ ਦੇ ਵਿੱਚ ਉਹ ਹੀ ਹੈ ਜਿਹੜਾ ਸੰਸਾਰ ਵੱਲੋਂ ਮਿਟਿਆ ਹੋਇਆ ਹੈ। ਤੇ ਮਿਟੇ ਹੋਏ ਦੀ ਕਦੀ ਢਾਈ ਦੀ ਕਲਾ ਨਹੀਂ ਹੁੰਦੀ, ਹੋ ਨਹੀਂ ਸਕਦੀ। ਜਿਹੜਾ ਹੈ ਹੀ ਨਹੀਂ ਉਹਦੀ ਢਾਈ ਕਲਾ ਹੋਊ ਕਿਵੇਂ? ਜਿਹੜਾ ਹੈ ਉਹਦੀ ਢਾਈ ਕਲਾ ਹੋਊ ਨਾ। ਜਿਹੜਾ ਚੜ੍ਹਦੀ ਕਲਾ ਸੋਚ ਰਿਹਾ ਉਹਦੀ ਢਾਈ ਕਲਾ ਹੋਊ ਹੀ ਹੋਊ। ਤੇ ਜਿਹੜਾ ਹੈ ਹੀ ਨਹੀਂ ਉਹਦੀ ਢਾਈ ਕਿਵੇਂ ਕਲਾ ਹੋ ਜੂ? ਢਾਈ ਹੋਣੀ ਹੀ ਨਹੀਂ। ਸਦਾ ਹੀ ਚੜ੍ਹਦੀ, ਉਹਨੂੰ ਚੜ੍ਹਦੀ ਕਲਾ ਬੋਲਣਾ ਨਹੀਂ ਪਊਗਾ। ਜਿਵੇਂ ਅਕਸਰ ਨਾ ਕਈ ਸਿੱਖ ਵੀ ਜਿਹੜੇ ਹਨ ਉਹ ਪੁੱਛ ਲੈਂਦੇ ਆ ਮੇਰੇ ਕੋਲ, ਕਈਆਂ ਦਾ ਸਵਾਲ ਵੀ ਐਸਾ ਹੁੰਦਾ ਹੈ ਵੀ ਤੁਸੀਂ ਫਤਿਹ ਨਹੀਂ ਬੁਲਾਉਂਦੇ ਕਦੇ ਵੀ। ਵੀ ਅਕਸਰ ਜਿਹੜੇ ਕਥਾਵਾਚਕ ਪ੍ਰਚਾਰਕ ਜ਼ਿਆਦਾਤਰ ਸਿੱਖ ਜਿਹੜੇ ਆ ਉਹ ਫਤਿਹ ਬੁਲਾਉਣਗੇ ਸ਼ੁਰੂ 'ਚ ਵੀ ਅਖੀਰ 'ਚ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
तो मैं क्या मैं ਜਦੋਂ ਦਾ ਜਾਣਿਆ ਹੈ ਨਾ ਤਾਂ ਉਦੋਂ ਦਾ ਇਹ ਵੀ ਜਾਣ ਲਿਆ ਹੈ ਤੇ ਜਿਹਦਾ ਖਾਲਸਾ ਹੈ ਉਹਦੀ ਸਦਾ ਫਤਿਹ ਫਤਿਹ ਹੈ ਹੀ, ਬੁਲਾਉਣ ਦੀ ਲੋੜ ਨਹੀਂ ਹੈ ਵੀ ਉਹਦਾ ਖਾਲਸਾ ਤੇ ਉਹਦੀ ਫਤਿਹ ਹੋ। ਫਤਿਹ ਹੈ ਹੀ, ਫਿਰ ਫਤਿਹ ਉਹਦੀ ਨਹੀਂ ਹੈ, ਫਤਿਹ ਪਰਮਾਤਮਾ ਦੀ ਹੈ। ਤੁਹਾਨੂੰ ਸ਼ੱਕ ਹੋਊਗਾ, ਤੁਸੀਂ ਕਹਿ ਰਹੇ ਹੋ ਵੀ ਉਹਦਾ ਖਾਲਸਾ ਉਹਦੀ ਫਤਿਹ ਕਰੋ। ਸਾਨੂੰ ਸ਼ੱਕ ਨਹੀਂ ਹੈ, ਅਸੀਂ ਕਹਿੰਦੇ ਫਤਿਹ ਹੈ ਹੀ, ਉਹਦੀ ਚੜ੍ਹਦੀ ਕਲਾ ਸਦਾ ਹੀ ਹੈ, ਜਿਹੜਾ ਮਿਟਿਆ ਹੋਇਆ ਹੈ। ਤੇ ਜਿਹੜਾ ਕੁਛ ਚਾਹ ਰਿਹਾ ਹੈ ਉਹਦੀ ਚੜ੍ਹਦੀ ਕਲਾ ਵੀ ਨਹੀਂ ਹੋ ਸਕਦੀ ਤੇ ਫਤਿਹ ਵੀ ਨਹੀਂ ਹੋ ਸਕਦੀ, ਉਹਦੀ ਕਈ ਵਾਰ ਹਾਰ ਵੀ ਹੋਵੇਗੀ। ਕੋਈ ਚਾਹ ਰਿਹਾ, ਜਿਹੜਾ ਜਿੱਤ ਚਾਹੁੰਦਾ ਹੈ ਉਹਦੀ ਹਾਰ ਹੋਵੇਗੀ ਨਾ। ਜਿਹੜਾ ਜਿੱਤ ਚਾਹੁੰਦਾ ਹੀ ਨਹੀਂ ਉਹਦੀ ਹਾਰ ਕਿਵੇਂ ਹੋਵੇਗੀ? ਜਿਹੜਾ ਕੁਛ ਚਾਹ ਰਿਹਾ ਹੈ ਤੇ ਉਹਦੀ ਚਾਹ ਕਈ ਵਾਰ ਪੂਰੀ ਵੀ ਨਹੀਂ ਹੋਵੇਗੀ ਤੇ ਹਾਰ ਹੋਵੇਗੀ। ਹੁਣ ਜਿਹੜਾ ਚਾਹ ਹੀ ਕੁਝ ਨਹੀਂ ਰਿਹਾ ਉਹਦੀ ਹਾਰ ਕਿਵੇਂ ਹੋ ਸਕਦੀ? ਉਹਦੀ ਤਾਂ ਹਾਰ ਹੋਣੀ ਨਹੀਂ ਨਾ। ਉਹਨੇ ਤਾਂ ਕਬੂਲ ਕਰ ਲਿਆ, ਹਾਰਨਾ ਵੀ ਕਬੂਲ ਕਰ ਲਿਆ ਵੀ ਹਾਰੇ ਹੋਏ ਠੀਕ ਹੈ। ਕਹਿੰਦੇ ਨਾ ਹਾਰੇ ਕੋ ਹਰੀ ਨਾਮ, ਹਾਰ ਗਏ। ਤੇ ਜਿਹਨੇ ਕਬੂਲ ਹੀ ਕਰ ਲਿਆ ਹਾਰਨਾ, ਜਿਹਨੇ ਕਬੂਲ ਹੀ ਕਰ ਲਿਆ ਹੈ ਵੀ ਕੁਛ ਨਹੀਂ ਚਾਹੀਦਾ, ਕੁਛ ਨਹੀਂ ਹੋਣਾ ਹੈ, ਕੁਛ ਨਹੀਂ ਬਣਨਾ ਹੈ, ਜਿੱਦਾਂ ਦਾ ਵੀ ਪਰਮਾਤਮਾ ਨੇ ਪੈਦਾ ਕੀਤਾ ਹੈ ਵੈਸਾ ਹੀ ਮੈਨੂੰ ਸਵੀਕਾਰ ਹੈ। ਜਿੱਦਾਂ ਦਾ ਪਰਮਾਤਮਾ ਰੱਖ ਰਿਹਾ ਹੈ ਮੈਨੂੰ ਸਵੀਕਾਰ ਹੈ, ਜਿਵੇਂ ਰੱਖੇਗਾ ਮੈਨੂੰ ਸਵੀਕਾਰ ਹੈ, ਹਰ ਤਰ੍ਹਾਂ ਹੀ ਸਵੀਕਾਰ ਹੈ। ਉਹਨੂੰ ਕਹਿੰਦੇ ਸਵੀਕਾਰ ਭਾਵ ਹਰ ਤਰ੍ਹਾਂ ਹੀ, ਜਿਸ ਤਰ੍ਹਾਂ ਵੀ ਉਹ ਰੱਖ ਰਿਹਾ ਹੈ, ਜਿਸ ਤਰ੍ਹਾਂ ਵੀ ਕਹਿੰਦੇ ਨਾ ਰਜਾ ਦੇ ਵਿੱਚ ਰਾਜ, ਹੁਕਮ ਰਜਾਈ ਰਜਾ। ਉਹਨੂੰ ਕੋਈ ਚਾਹੀਦਾ ਨਹੀਂ, ਜੋ ਵੀ ਸਥਿਤੀ ਆ ਰਹੀ ਹੈ ਉਹਨੂੰ ਸਵੀਕਾਰ। ਪਰ ਇਹ ਸਵੀਕਾਰ ਉਹਨਾਂ ਚਿਰ ਨਹੀਂ ਹੋਣਾ ਜਿੰਨਾ ਚਿਰ ਮਿਟੇਗਾ ਨਹੀਂ ਕੋਈ। ਜਿੰਨਾ ਚਿਰ ਉਹਦੀਆਂ ਤ੍ਰਿਸ਼ਨਾ ਵਾਸ਼ਨਾ ਚਾਹਤਾਂ ਛੁੱਟਦੀਆਂ ਨਹੀਂ। ਲੋਕ ਕਹਿ ਦਿੰਦੇ ਆ ਹੁਕਮ ਮੰਨੋ ਜੀ, ਰਜਾ 'ਚ ਰਹੋ ਜੀ, ਪਰਮਾਤਮਾ ਦਾ ਭਾਣਾ ਸਵੀਕਾਰ ਕਰੋ ਜੀ। ਸਵੀਕਾਰ ਉਹਨਾਂ ਚਿਰ ਨਹੀਂ ਹੋਣਾ ਜਿੰਨਾ ਚਿਰ ਤੁਹਾਡੀਆਂ ਤ੍ਰਿਸ਼ਨਾ ਕਾਮਨਾ ਚਾਹਤਾਂ ਇੱਛਾ, ਉਹਨਾਂ ਚਿਰ ਹੁਕਮ ਥੋੜ੍ਹੀ ਸਵੀਕਾਰ ਹੁੰਦਾ ਹੈ ਕਿ ਜੋ ਰੱਬ ਕਰ ਰਿਹਾ ਠੀਕ। ਆਦਮੀ ਕਹਿੰਦਾ ਮੈਨੂੰ ਵੀ ਮਿਲਿਆ ਕੁਝ ਨਹੀਂ, ਤੁਸੀਂ ਕਹਿੰਦੇ ਠੀਕ। ਆਹੋ ਮੈਨੂੰ ਤਾਂ ਕੋਈ ਮਿਲਿਆ ਨਹੀਂ, ਕਿਵੇਂ ਮੈਂ ਮੰਨ ਲਾ ਠੀਕ ਹੈ? ਤਾਂ ਉਹਨਾਂ ਚਿਰ ਸਵੀਕਾਰ ਹੁੰਦਾ ਹੀ ਨਹੀਂ ਹੈ ਨਾ। ਤੇ ਸਵੀਕਾਰ ਉਦੋਂ ਹੀ ਹੋ ਜਾਂਦਾ ਹੈ ਜਦੋਂ ਆਪਣੀਆਂ ਇਹ ਚੀਜ਼ਾਂ ਛੁੱਟ ਜਾਂਦੀਆਂ ਹਨ ਬਾਹਰ। ਕੋਈ ਤ੍ਰਿਸ਼ਨਾ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਚਾਹ ਨਹੀਂ, ਹੈ ਨਾ, ਬਾਹਰ ਨੂੰ ਛੁੱਟਦੀ ਆ। ਮਰਨਾ ਕਬੂਲ ਕਰ ਲੈਂਦਾ ਹੈ ਆਦਮੀ ਵੀ ਠੀਕ, ਤਾਂ ਹਰ ਤਰ੍ਹਾਂ ਦੇ ਨਾਲ ਹੀ ਉਹ ਸਵੀਕਾਰ ਕਰਦਾ ਹੈ। ਤੇ ਉਹਦੇ ਅੰਦਰ ਫਿਰ ਉਹ ਸੰਤੁਸ਼ਟੀ ਵੀ ਪੈਦਾ ਹੁੰਦੀ, ਸੰਤੋਖ। ਜਿਹੜਾ ਸਵੀਕਾਰ ਕਰੇਗਾ, ਜਿਹੜਾ ਦਰਅਸਲ ਸੰਤੁਸ਼ਟੀ ਕਰਕੇ ਹੀ ਸਵੀਕਾਰ ਕਰੇਗਾ, ਕੁਛ ਚਾਹੀਦਾ ਨਹੀਂ, ਸੰਤੁਸ਼ਟ ਹਾਂ ਕਿ ਰੱਬ ਨੇ ਬਹੁਤ ਵਧੀਆ ਸਾਰਾ ਕੁਛ ਦੇ ਰਿਹਾ, ਹਰ ਵਕਤ ਹੀ ਦੇ ਰਿਹਾ, ਹਰ ਸਮੇਂ ਹੀ ਦੇ ਰਿਹਾ। ਫਿਰ ਕੀ ਚਾਹੀਦਾ? ਸਭ ਕੁਛ। ਤੇ ਫਿਰ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ, ਕੁਛ ਪਾਉਣ ਦੀ ਲੋੜ ਨਹੀਂ, ਰੱਬ ਨੂੰ ਪਾਉਣ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਵੀ ਜਾਣ ਦੀ ਲੋੜ। ਉੱਥੇ ਹੀ ਰੱਬ ਤੁਹਾਨੂੰ ਮੌਜੂਦ ਮਿਲੇਗਾ ਜਿੱਥੇ ਤੁਸੀਂ ਬੈਠੇ। ਤੇ ਰੱਬ ਤੁਹਾਨੂੰ ਲੱਗੇਗਾ ਦੂਰ ਨਹੀਂ ਹੈ, ਜਿਹੜਾ ਸੰਤੁਸ਼ਟ ਹੋ ਜਾਂਦਾ। ਉੱਥੇ ਹੀ ਹੈ, ਕਿਤੇ ਨਹੀਂ ਜਾਣਾ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਹਾਂ, ਤੁਹਾਡਾ ਸਤਸੰਗ ਸੁਣ ਕੇ ਇਹੋ ਆਸਾ ਤ੍ਰਿਸ਼ਨਾ ਵਗੈਰਾ ਦੀ ਮੈਲ ਲੱਥ ਗਈ, ਆਪੇ ਦਿਸਣ ਡੈ ਬਣਾ। ਪਰ ਇਹ ਮੈਲ ਜਿਹੜੀ ਲਾਉਣੀ ਔਖੀ ਹੈ, ਮੈਲ ਚੜਾਉਣ ਵਾਲੇ ਬਹੁਤ ਹਨ। ਚਲੋ ਤੁਹਾਡੇ ਸਤਸੰਗ ਨਾਲ ਜੁੜੇ ਆ, ਆਪੇ ਲੱਥੇਗੀ।
ਕਿਉਂਕਿ ਚਾਰ ਚੁਫੇਰੇ ਜਿਹੜੇ ਹਨ ਨਾ, ਕੋਈ ਨਾ ਕੋਈ ਕਹਿ ਦਿੰਦਾ ਵੀ ਕੀ ਕਰ ਲਓ, ਇਹ ਕਰ ਲਓ, ਉਹ ਕਰ ਲਓ। ਕਈ ਪੁੱਛਣ ਲੱਗ ਜਾਂਦੇ ਇੱਥੇ ਵੀ ਨਾ, ਕਈਆਂ ਨੂੰ ਪੁੱਛਦੇ ਆ ਵੀ ਕੀ ਕਰਦੇ ਹੁੰਦੇ, ਕੋਈ ਸਾਧਨਾ ਕਰਦੇ, ਨਾਮ ਜਪਦੇ, ਬਾਬੇ ਕੀ ਕਰਾਉਂਦੇ। ਜੇ ਕਹਿਣ ਵੀ ਅਸੀਂ ਕੁਛ ਨਹੀਂ ਕਰਦੇ, ਅਗਲਾ ਕਹੇਗਾ ਜੀਵਨ ਵਿਅਰਥ ਜਗਵਾ ਰਿਹਾ ਜੀ, ਕੁਛ ਤੇ ਕਰੋ ਤਾਂ ਹੀ ਤੁਹਾਨੂੰ ਮਿਲੂਗਾ ਰੱਬ, ਬਿਨਾਂ ਕੀਤਿਆਂ ਥੋੜ੍ਹੀ ਮਿਲਦਾ। ਕੁਛ ਕਰੋ, ਐਵੇਂ ਜੀਵਨ। ਉਹਨਾਂ ਨੂੰ ਲੱਗਦਾ ਕੁਛ ਕਰਕੇ ਮਿਲਦਾ ਹੈ ਰੱਬ, ਨਹੀਂ ਕਰਕੇ ਸੰਸਾਰ ਮਿਲਦਾ ਹੈ। ਤੇ ਕਰਕੇ ਹੀ ਸੰਸਾਰ ਛੁੱਟਿਆ ਜਾਂਦਾ ਹੈ, ਰੱਬ ਥੋੜ੍ਹੀ ਮਿਲਦਾ। ਕਰਨਾ ਹੈ ਸੰਸਾਰ ਨੂੰ ਛੱਡਣ ਵਾਸਤੇ, ਚਾਹ ਛੱਡਣ ਵਾਸਤੇ, ਇੱਛਾ ਛੱਡਣ ਵਾਸਤੇ, ਵਾਸ਼ਨਾ ਛੱਡਣ ਵਾਸਤੇ ਕੁਛ ਕਰਨਾ, ਰੱਬ ਨੂੰ ਪਾਉਣ ਵਾਸਤੇ ਕੁਛ ਕਰਨਾ ਨਹੀਂ, ਕਿਉਂਕਿ ਉਹ ਤੁਹਾਡੇ ਤੋਂ ਜੁਦਾ ਨਹੀਂ ਹੈ। ਉਹ ਜਿਹੜਾ ਖੁਦਾ ਹੈ ਨਾ, ਉਹ ਜੁਦਾ ਨਹੀਂ ਹੈ। ਇਸ ਕਰਕੇ ਉਹਨੂੰ ਪਾਉਣ ਵਾਸਤੇ ਕੁਛ ਨਹੀਂ ਕਰਨਾ। ਆਪਣੀਆਂ ਤ੍ਰਿਸ਼ਨਾ, ਵਾਸ਼ਨਾ, ਚਾਹਤਾਂ ਸਭ ਕੁਛ ਛੱਡਣ ਵਾਸਤੇ। ਕਿ ਮਨ ਜਿਹੜਾ ਹੈ ਦੌੜਦਾ ਹੈ, ਇਹਦੀ ਦੌੜ ਰੁਕ ਜਾਵੇ ਤਾਂ ਆਪਾਂ ਕਰਦੇ। ਮਿਲਣ ਵਾਸਤੇ ਨਹੀਂ ਕੁਛ। ਜੇ ਕੋਈ ਕਵੇ ਕੁਛ ਮਿਲਿਆ, ਤੁਸੀਂ ਕਿਹਾ ਕਰੋ ਬਹੁਤ ਕੁਛ ਛੁੱਟ ਗਿਆ, ਇੰਨਾ ਹੀ ਸ਼ੁਕਰ ਹੈ। ਜਿਵੇਂ ਗੌਤਮ ਬੁੱਧ ਨੂੰ ਕਿਸੇ ਨੇ ਪੁੱਛਿਆ ਸੀ ਕੁਛ ਮਿਲਿਆ, ਇੰਨੀ ਸਾਧਨਾ ਕੀਤੀ, ਇੰਨਾ ਧਿਆਨ ਕੀਤਾ, ਕੁਛ ਮਿਲਿਆ? ਕਹਿੰਦੇ ਨਹੀਂ ਕੁਛ ਨਹੀਂ। ਕਹਿੰਦੇ ਫਿਰ ਬੁੱਧੂ ਦਾ ਬੁੱਧੂ ਹੀ ਰਿਹਾ, ਮਿਲਿਆ ਕੁਝ ਨਹੀਂ ਤੇ ਫਿਰ ਕਿਉਂ ਕੀਤੀ ਇੰਨੀ ਸਾਧਨਾ? ਉਹ ਕਹਿੰਦੇ ਛੁੱਟ ਗਿਆ ਸਭ ਕੁਛ। ਮਿਲਿਆ ਉਹ ਹੀ ਜਿਹੜਾ ਪਹਿਲਾਂ ਹੀ ਮਿਲਿਆ ਹੋਇਆ ਸੀ, ਕਿਉਂਕਿ ਰੱਬ ਤੁਹਾਨੂੰ ਪਹਿਲਾਂ ਹੀ ਮਿਲਿਆ ਸੀ, ਉਹਦਾ ਪਤਾ ਲੱਗਾ ਜਿਹੜਾ ਮਿਲਿਆ ਹੀ ਹੋਇਆ ਸੀ। ਮਿਲਿਆ ਤਾਂ ਕੁਝ ਵੀ ਨਹੀਂ, ਉਹਦਾ ਪਤਾ ਲੱਗਾ ਵੀ ਪਹਿਲਾਂ ਵੀ ਮਿਲਿਆ ਹੋਇਆ ਸੀ। ਇਸ ਕਰਕੇ ਰੱਬ ਨਵਾਂ ਨਹੀਂ ਹੁੰਦਾ ਹੈ। ਕਈ ਕਹਿੰਦੇ ਵੀ ਜੋ ਰੱਬ ਮਿਲੇਗਾ ਪਤਾ ਕਿਵੇਂ ਲੱਗੇਗਾ? ਵੀ ਰੱਬ ਮਿਲੇਗਾ ਪਤਾ, ਉਹ ਤੁਹਾਨੂੰ ਪਤਾ ਆਪੇ ਹੀ ਲੱਗ ਜਾਣਾ ਵੀ ਇਹ ਉਹੀ ਮਿੱਤਰ ਪਿਆਰਾ ਜਿਹੜਾ ਪਹਿਲਾਂ ਹੀ ਮਿਲਿਆ ਹੋਇਆ ਸੀ। ਤੁਸੀਂ ਸਿਆਣ ਹੀ ਜਾਣਾ ਉਹਨੂੰ ਵੀ ਇਹ ਮਿੱਤਰ ਪਿਆਰਾ ਪਹਿਲਾਂ ਹੀ ਹੈ, ਜਾਣ ਪਛਾਣ ਦਾ ਹੀ ਹੈ ਆਪਣਾ, ਇਹ ਮਿਲਿਆ ਹੀ ਹੋਇਆ ਸੀ ਪਹਿਲਾਂ। ਹੁਣ ਪਹਿਚਾਣਨ ਦੀ ਲੋੜ ਥੋੜ੍ਹੀ ਪੈਣੀ, ਤੁਹਾਨੂੰ ਦੱਸਣ ਦੀ ਲੋੜ ਥੋੜ੍ਹੀ ਪੈਣੀ ਵੀ ਰੱਬ ਇਹੋ ਜਿਹਾ। ਕਈ ਦੱਸ ਦਿੰਦੇ ਆ ਵੀ ਇਸ ਤਰ੍ਹਾਂ ਹੋਊਗਾ ਰੱਬ ਮਿਲੂਗਾ, ਨਹੀਂ, ਕੁਛ ਦੱਸਣ ਦੀ ਲੋੜ ਨਹੀਂ। ਜਿਵੇਂ ਇੱਕ ਪੰਕਤੀ ਆਉਂਦੀ ਹੈ ਨਾ, ਜਿੱਤ ਦੁਬਾਰੇ ਉੱਭਰੇ ਤੇਤੇ ਲਿਹੋ ਬਾਰ। ਜਿਹੜੇ ਦਰਵਾਜ਼ੇ ਤੋਂ ਤੁਸੀਂ ਆਏ ਹੋ ਉੱਥੇ ਵਾਪਸ ਦੇ ਦਿਓ, ਭੇਜ ਦਿਓ। ਸੰਸਾਰ ਦੇ ਅੰਦਰ ਆ ਗਏ ਤੁਸੀਂ ਇੱਕ ਦਰਵਾਜ਼ੇ ਥਾੜੇ, ਕਹਿੰਦੇ ਉਸੇ ਮੁਕਤੀ ਦਾ ਦਰਵਾਜ਼ਾ ਉਹ ਵਾਪਸ ਗੁਰੂ ਦੁਆਰਾ ਕਹਿ ਲਓ। ਤਾਂ ਜਦੋਂ ਤੁਸੀਂ ਉਹ ਦੁਆਰੇ 'ਤੇ ਪਹੁੰਚੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਇਹੋ ਹੀ ਦੁਆਰ ਹੈ, ਇਹੋ ਹੀ ਦਰਵਾਜ਼ਾ ਜਿੱਥੇ ਅਸੀਂ ਸੰਸਾਰ ਵੱਲ ਨੂੰ ਗਏ ਸੀ। ਅਤੇ ਵਾਪਸ ਉਹੋ ਹੀ ਤੁਸੀਂ ਸਿਆਣ ਹੀ ਜਾਣਾ ਵੀ ਆ ਦਰਵਾਜ਼ੇ ਦੇ ਅੰਦਰ ਜਿਹੜਾ ਹੈ ਉੱਥੋਂ ਹੀ ਤੇ ਆ ਰਹੇ ਹਾਂ। ਅਤੇ ਪਤਾ ਦੱਸਣ ਦੀ ਲੋੜ ਥੋੜ੍ਹੀ ਹੈ, ਕੋਈ ਐਡਰੈਸ ਥੋੜ੍ਹੀ ਹੈ ਪਰਮਾਤਮਾ ਦਾ ਵੀ ਫਲਾਨੀ ਜਗ੍ਹਾ ਮਿਲੂਗਾ, ਕੋਈ ਪਤਾ ਹੈ ਉਹਦਾ। ਇਸ ਕਰਕੇ ਉਹਦਾ ਕੋਈ ਵੀ ਪਤਾ ਨਹੀਂ। ਤੁਸੀਂ ਲਾਪਤਾ ਹੋ ਜਾਓ, ਉਹਦਾ ਪਤਾ ਮਿਲ ਜਾਂਦਾ। ਜਦੋਂ ਤੁਸੀਂ ਲਾਪਤਾ ਹੋ ਗਏ ਨਾ, ਉਦੋਂ ਹੀ ਉਹਦਾ ਪਤਾ ਮਿਲਣਾ ਹੈ। ਜਿੰਨਾ ਚਿਰ ਤੁਹਾਨੂੰ ਆਪਣਾ ਪਤਾ ਹੈ, ਉਹਨਾਂ ਚਿਰ ਉਹਦਾ ਕੋਈ ਪਤਾ ਨਹੀਂ। ਅਤੇ ਜਦੋਂ ਤੁਹਾਨੂੰ ਆਪਣਾ ਪਤਾ ਨਾ ਰਿਹਾ, ਤੁਸੀਂ ਲਾਪਤਾ ਹੋ ਗਏ, ਫਿਰ ਤੁਹਾਨੂੰ ਉਹਦਾ ਕੁਛ ਪਤਾ ਲੱਗਣਾ ਸ਼ੁਰੂ ਹੋ ਜਾਣਾ ਅਤੇ ਤੁਹਾਨੂੰ ਸਾਫ਼ ਸਾਫ਼ ਦਿਖਾਈ ਦੇ ਦੇਣਾ ਉਹ ਹੀ। ਅਤੇ ਬੁੱਧ ਨੇ ਕਿਹਾ ਵੀ ਉਹ ਹੀ ਜਿਹਨੂੰ ਪਹਿਲਾਂ ਹੀ ਜਾਣਦਾ ਸੀ, ਉਹਨੂੰ ਹੀ ਜਾਣਿਆ। ਖੋਇਆ ਬਹੁਤ ਕੁਛ, ਗਵਾਇਆ ਬਹੁਤ ਕੁਛ। ਅਤੇ ਸਾਧਕ ਜਿਹੜਾ ਹੈ ਨਾ, ਉਹ ਗਵਾਉਂਦਾ ਹੈ ਬਹੁਤ ਕੁਛ ਸੰਸਾਰ 'ਚ। ਆਪਣਾ ਆਪ ਗਵਾ ਦਿੰਦਾ ਬਹੁਤ ਕੁਛ, ਕੀ ਆਪਣਾ ਆਪ ਲੁਟਾ ਦਿੰਦਾ ਹੈ। ਕਹਿੰਦੇ ਨੇ ਸਰਬੰਸ ਦਾਨੀ, ਹਰ ਸਾਧਕ ਹੀ ਸਰਬੰਸ ਦਾਨੀ ਹੁੰਦਾ ਹੈ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਨਹੀਂ, ਹਰ ਸਿੱਖ ਹੀ ਸਰਬੰਸ ਦਾਨੀ ਹੋਇਆ, ਜਿਹਨੇ ਆਪਣਾ ਆਪ ਗੁਰੂ ਵਾਸਤੇ ਨਿਸ਼ਾਵਰ ਕਰ ਦਿੱਤਾ। ਉਹਨੇ ਛੱਡਿਆ ਥੋੜ੍ਹੀ ਪਿੱਛੇ। ਸਰਬੰਸ ਦਾਨੀ ਦਾ ਮਤਲਬ ਹੈ ਸਭ ਕੁਛ ਗੁਰੂ ਦੇ ਦਾਨ ਕਰ ਦਿੱਤਾ। ਤੋ ਦਾਨ ਕੀਤਾ ਹੀ ਗੁਰੂ ਨੂੰ ਸਮਰਪਿਤ ਹੋਏ ਨਾ ਪੰਜ ਪਿਆਰੇ, ਉਹ ਵੀ ਸਰਬੰਸ ਦਾਨੀ ਹੈ। ਪੰਜ ਪਿਆਰੇ ਜਿਹੜੇ ਸਿੱਖ ਉਹਨਾਂ ਦੇ ਨਾਲ ਚੱਲ ਪਏ ਗੁਰੂ ਵਾਸਤੇ, ਉਹ ਵੀ ਸਰਬੰਸ ਦਾਨੀ। ਸਭ ਕੁਛ ਦਾਨ ਕਰਤਾ, ਸਭ ਕੁਛ ਭੇਟ ਕਰਤਾ, ਸਭ ਕੁਛ ਨਿਸ਼ਾਵਰ ਕਰ ਦਿੱਤਾ, ਕੁਰਬਾਨ ਕਰ ਦਿੱਤਾ।
ਆਪਣਾ ਆਪ ਮਿਟਾ ਦਿੱਤਾ ਤੇ ਮਿਟ ਕੇ ਕੀ ਬਣੇ। कहते ना मिटा दे अपनी हस्ती को अगर कुछ मर्तबा जाए, दाना खाक में मिलकर ही गुले गुलजार हो। वो मिट गया दाना धरती च खाक च, मिट के की होया, बूटा बन गया। किन्ने दाने लगे, किन्ने फुल लगे, मिटिया। तो जिहड़ा मिटण नूं तैयार है, अपनी हस्ती नूं अपनी होंद नूं भुलाउण नूं तैयार है, कुर्बान करन नूं तैयार है, सरबंस निछावर करन नूं तैयार है, ਉਹਦੇ वास्ते परमात्मा दूर नहीं, ਉਹਦੇ वास्ते बहुती घालना की भी लोड़ नहीं। ਜਿਹੜੀ ਇਹਨੇ ਇੰਨੀ ਤਿਆਰੀ ਕਰ ਲਈ, ਫਿਰ ਘਾਲਣਾ ਕਾਹਦੀ ਕਰਨੀ। ਘਾਲਣਾ तो ਇਹ ਤਿਆਰੀ ਕਰਨ वास्ते ही करनी है, ਛੱਡਣ वास्ते ही घालना करनी है। तो घालना तो हो ही गई, सब कुछ छुट गया, मिटन नूं तैयार हो गई। तो आओ हमारे पास, फिर वो आ गए। पर यह गल्लां सुननियां सिखालियां, करने बड़ा औखा संसार वालों, क्योंकि संसार नूं आपां सच प्रतीत करदे तां आपां नूं लागदा वार वार संसार आकर्षित कर। हौली हौली ख्याल रखे कोई भी ये संसार चो मिटना तो है ही, अपना मरना तो पक्का ही है ना। जो मरदा है आदमी संसार वालों मिट ही जाता है ना, कुछ रहिंदा है उहदा, ना धीआं ना पुत्तर ना जायदाद कुछ रहिंदा, सगों अपने ही पुत्तर मोढियां ते चक के लै जांदे। कईयां नूं बड़ी छेती हुंदी फटाफट संस्कार करो विहले होई, वो फटाफट कहिंदे काम निबेड़ो, मिटना ही है ना। तो उधरों तो जींदे जी मिट के देखो, नाले सुरखरू हो जाओगे। तो अपना आप गवाया जिन्हां ने, आप गवाईए तां सह पाई। अपना आप भुला दिता तो रब याद आउण लग जाता है। तो ये बहुत सहज है, पर असहज उन्हां वास्ते है जिन्हां नूं संसार मिठा लगता है, प्यारा लगता है, तृष्णा हन, वासना हन, चाहत हन, संसार सब कुछ ही है, उन्हां वास्ते बड़ा औखा। जिन्हों पता लग गया भी कुछ भी नहीं है, सब एवं खेल है, बच्चों का खेल है संसार। जिदा छोटे छोटे बच्चे नहीं खेलते, गुड्डे गुड्डियां ना, वो ही कोई फर्क तो नहीं है। बस माटी को पूतरा कैसे नचत है, हंसे हंसे दौड़ियो फिरत, भजा फिरत खेल तो व्यर्थ ही है। वो बाहर हो जाता खेल, वो सियाणा हो जाता, वो गुरमुख हो जाता। तो गुरमुख नूं नज़री आउंदा है भी ये खेड खेड दे विच सब फस रहे हैं, सब उलझ रहे हैं। वो तो कहता भी उलझो ना, तो फसो ना, बाहर आ जाओ, पर कोई विरला ही सुनता, बड़ा कठिन है सुन के बाहर आना। कुछ गुरमुख प्यारे फिर आना शुरू हो जाते, तो बहुत घट। कहते ना कोटन में को नारायण जिह चीज, करोड़ कोटन कहते करोड़, करोड़ां च वो इस कारण लिखिया है, नारायण दे नाल चित्त उहदा जुड़ूगा जिहड़ा संसार नालों चित्त हटाऊगा। नारायण जिह चीत, चित्त नारायण दे विच उहदा ही लगूगा जिहड़ा झूठ वालों चित्त नूं तोड़ देवे, हटा लवे, तो उहदा अपने आप ही नारायण च चित्त। चलो इन्ने काफ़ी।